ये कोई डेमोक्रेसी नहीं है कि तू आ जा मैं तेन देखदा, वो कहता तू आ जा मैं तेन देखदा, मजीठिया तू मेरे वाल आ जा, सिद्धू तू इधर आ तेन देखते हैं असीं। किसी भी नेता के मूँह के उत्तों मैंने हैल्थ और एजुकेशन में किवें इंप्रूव करना कह देंगे कि इंप्रूव होना चाहिए, ऐसा कहना थोड़ी कोई गल बनती है। अपने जोड़े हैल्थ मिनिस्टर इतों मोहाली आप बैठे हुए मोहाली के MLA जोड़े है सरदार बलवीर सिंह सिद्धू, इन्होंने तो ये भी नहीं पता एक CSC की होंगी है तो एक सब डिवीजन हॉस्पिटल की होंगे। 19 तो लैके 20 के स्टार्ट तक जब तक कोविड नहीं हुई इन्होंने कोई काम नहीं किया, सिर्फ तो सिर्फ इन्होंने उत्ते गोलियां बेचण के इल्जाम लगे तो लोगों दी बदलियां कीतियां ने। इस तो इलावा इन्होंने इस करके मैं इन्होंने बदली मंत्री कहता हुंदा सीगा। सरकार दे जो समान खरीदना सीगा उहदे च घपलेबाजी, जिहड़ी दवाई खरीदनी सी उहदे च घपलेबाजी, जिहड़ी प्रोटैक्शन किट्स किटने सी उहदे च घपलेबाजी, ते जिहड़ी वैक्सीन वरती जानी सी उहदे च घपलेबाजी। इस इन्हां गल्लां तो ये बलवीर सिंह सिद्धू मुकर नहीं सकते। अज मोहाली के वोटर्स नूं ये गल नूं समझ लेना चाहिए। उदों ही सारा कुछ सामने लाइव टैलीकास्ट होया कि हैल्थ एक मिनिस्टर जिहड़ा 3 वारी MLA रह चुका होवे, तीजी वारी वो मिनिस्टर बनया होवे और पोलिंग बूथ के उत्ते आप खड़ा होवे, अंदर वड़दा होवे, उस नूं आपां किवें कह सकते हैं कि वो डेमोक्रेटिक है। ਤੁਸੀਂ ਵੇਖ ਰਹੇ ਹੋ ਦਾ ਅਨਮਿਊਟ, ਮੈਂ ਰਣਦੀਪ ਸਿੰਘ। ਪੰਜਾਬ ਵਿਧਾਨ ਸਭਾ ਚੋਣਾਂ ਸਿਰ 'ਤੇ ਨੇ। ਪੰਜਾਬ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮ ਹੈ। ਸਿਆਸੀ ਪਾਰਟੀਆਂ ਤਾਂ ਜ਼ੋਰ ਲਗਾ ਹੀ ਰਹੀਆਂ ਨੇ, ਪਰ ਦੂਜੇ ਪਾਸੇ ਪੰਜਾਬ ਦੇ ਲੋਕ ਕੀ ਸੋਚਦੇ ਨੇ, ਪੰਜਾਬ ਦੀ ਜਨਤਾ ਦਾ ਕੀ ਸੋਚਣਾ ਹੈ, ਕਿਹੜੀ ਸਰਕਾਰ ਬਣੇ। ਪੰਜਾਬ ਦੇ ਲੋਕ ਸੁਭਾਵਕ ਇਹ ਸੋਚਦੇ ਨੇ ਕਿ ਐਸੀ ਸਰਕਾਰ ਆਏ ਜਿਹੜੀ ਪੰਜਾਬ ਦਾ ਭਵਿੱਖ ਕੁਝ ਸਵਾਰ ਸਕੇ। ਸਾਡੇ ਨਾਲ ਸਿਵਲ ਸਰਜਨ ਡਾਕਟਰ ਦਲੇਰ ਸਿੰਘ ਮੁਲਤਾਨੀ ਮੌਜੂਦ ਨੇ। ਗੱਲਬਾਤ ਕਰਾਂਗੇ ਆਮ ਜਨਤਾ ਦੀ ਕੀ ਰਾਏ ਹੈ, ਆਮ ਲੋਕਾਂ ਦਾ ਕੀ ਰਾਏ ਹੈ, ਕਿਉਂਕਿ ਡਾਕਟਰ ਮੁਲਤਾਨੀ ਲੋਕਾਂ ਦੇ ਵਿੱਚ ਵਿਚਰਦੇ ਨੇ, ਲੇਖ ਵੀ ਲਿਖਦੇ ਨੇ, ਸਮੇਂ-ਸਮੇਂ 'ਤੇ ਸਮਾਜ ਸੇਵਾ ਦੇ ਨਾਲ ਵੀ ਜੁੜੇ ਰਹਿੰਦੇ ਨੇ। ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਅੱਜ ਪੰਜਾਬ ਦੇ ਵਿੱਚ ਫਿਰ ਇਲੈਕਸ਼ਨਸ ਹੋਣ ਜਾ ਰਹੀਆਂ ਨੇ। ਇਲੈਕਸ਼ਨ ਦਾ ਜਿਹੜਾ ਮੂਡ ਹੈ ਲੋਕਾਂ ਨੇ ਬਣਾਇਆ ਹੋਇਆ ਹੈ, ਨਵੀਂ ਸਰਕਾਰ ਲੋਕ ਚੁਣਨ ਜਾ ਰਹੇ ਨੇ। ਤੁਹਾਨੂੰ ਕੀ ਲੱਗਦਾ ਹੈ ਪੰਜਾਬ ਦੇ ਵਿੱਚ ਕਿਹੜੇ ਮੁੱਦੇ ਹੋਣੇ ਚਾਹੀਦੇ ਨੇ ਜਿਹੜੇ ਮੁੱਦਿਆਂ ਦੇ ਉੱਪਰ ਗੱਲਬਾਤ ਨਹੀਂ ਹੋ ਰਹੀ? ਮੁੱਢਲੇ ਤੌਰ 'ਤੇ ਜੇਕਰ ਗੱਲ ਕੀਤੀ ਜਾਏ, ਰਿਸ਼ਵਤਖੋਰੀ ਪੰਜਾਬ ਦੇ ਵਿੱਚ ਬਹੁਤ ਹੈ। ਸਾਰੀਆਂ ਸਿਆਸੀ ਧਿਰਾਂ ਕਹਿ ਰਹੀਆਂ ਨੇ ਕਿ ਰਿਸ਼ਵਤਖੋਰੀ ਨੂੰ ਜੜ੍ਹ ਤੋਂ ਉਖੇੜਨ ਦੀ ਲੋੜ ਹੈ, ਪਰ ਰਿਸ਼ਵਤਖੋਰੀ ਖਤਮ ਨਹੀਂ ਹੋਈ। ਸਿਹਤ ਸਹੂਲਤਾਂ ਦੀ ਗੱਲ ਕੀਤੀ ਜਾਂਦੀ ਹੈ, ਸਿਹਤ ਸਹੂਲਤਾਂ ਉੱਦਾਂ ਦੀਆਂ ਨਹੀਂ ਮਿਲਦੀਆਂ। ਸਿੱਖਿਆ ਦੀ ਗੱਲ ਕੀਤੀ ਜਾਂਦੀ ਹੈ, ਸਿੱਖਿਆ ਦਾ ਮਿਆਰ ਜਿਹੜਾ ਹੈ ਉਹ ਉਸ ਤਰ੍ਹਾਂ ਦਾ ਨਹੀਂ ਬਣਾ ਪਾਏ ਜਿਵੇਂ ਦਾ ਹੋਣਾ ਚਾਹੀਦਾ। ਤੁਹਾਨੂੰ ਕੀ ਲੱਗਦਾ ਇਹੀ ਮੁੱਦੇ ਨੇ ਜਾਂ ਇਸ ਤੋਂ ਇਲਾਵਾ ਕੁਝ ਹੋਰ ਮੁੱਦੇ ਵੀ ਨੇ? ਪਿਛਲੀ ਸਰਕਾਰ ਕਾਂਗਰਸ ਸਰਕਾਰ ਨੇ ਇਹਨਾਂ ਮੁੱਦਿਆਂ ਦੇ ਉੱਪਰ ਕਿੰਨਾ ਕੁ ਕੰਮ ਕੀਤਾ ਹੈ, ਕਿੰਨਾ ਕੁ ਕੰਮ ਹੋਰ ਕਰਨ ਦੀ ਜ਼ਰੂਰਤ ਹੈ? ਰਣਦੀਪ ਜੀ ਦੇਖੋ, ਸਭ ਤੋਂ ਪਹਿਲਾਂ ਤਾਂ ਆਪਾਂ ਇਲੈਕਸ਼ਨਸ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤੇ ਮੁੱਦੇ ਜੇ ਆਪਾਂ ਕਹੀਏ ਕਿ ਇਲੈਕਸ਼ਨ ਕਿਸੇ ਮੁੱਦੇ ਤੇ ਹੋ ਰਹੀ ਹੈ, ਇਹ ਤਾਂ ਗੱਲ ਬਿਲਕੁਲ ਗਲਤ ਹੈ। ਕਿਉਂਕਿ ਜੇ ਅੱਜ ਦੀ ਡੇਟ ਦੇ ਵਿੱਚ ਤੁਸੀਂ ਦੇਖੋ ਕਿ ਜੇ TV ਡਿਬੇਟਸ ਜਿੰਨੇ ਆਉਂਦੇ ਨੇ ਜਾਂ ਸੋਸ਼ਲ ਮੀਡੀਆ ਤੇ, ਉਹ ਤਾਂ ਸਾਰੀਆਂ ਤੋਮਤਾਂ ਹੀ ਨੇ। ਉਹਦੇ 'ਚ ਮੁੱਦਾ ਤਾਂ ਵੈਸੇ ਵੀ ਕਦੀ ਡਿਸਕਸ ਨਹੀਂ ਹੋਇਆ। ਅੱਜ ਪੰਜਾਬ ਹੋ ਗਈ ਜਾਂ ਭਾਰਤ, ਪਰ ਆਪਾਂ ਕਿਉਂਕਿ ਹੁਣ ਪੰਜਾਬ ਵਿੱਚ ਬੈਠੇ ਹਾਂ, ਇਸ ਕਰਕੇ ਆਪਾਂ ਪੰਜਾਬ ਦੀ ਗੱਲ ਜਿਹੜੀ ਹੈਗੀ ਉਸ 'ਤੇ ਹੀ ਜ਼ਿਆਦਾ ਫੋਕਸ ਕਰਾਂਗੇ। ਔਰ ਬਹੁਤ ਸਾਰੇ ਥਾਵਾਂ ਦੇ ਉੱਤੇ ਤਾਂ ਮੁੱਦੇ ਜਿਹੜੇ ਨੇ ਉਹ ਉੱਥੋਂ ਹਟ ਕੇ ਲੋਕਾਂ ਨੇ ਪਰਸਨਲ ਫਾਈਟ ਬਣਾ ਲਿਆ ਹੋਇਆ ਇਸ ਗੱਲ ਨੂੰ। ਤੇ ਜੋ ਕੁਛ ਹੁਣ ਅੰਮ੍ਰਿਤਸਰ ਦੇ ਵਿੱਚ ਹੋ ਰਿਹਾ, ਕਿਉਂਕਿ ਇਹ ਕੋਈ ਡੈਮੋਕ੍ਰੇਸੀ ਨਹੀਂ ਹੈ ਕਿ ਤੂੰ ਆ ਜਾ ਮੈਂ ਤੈਨੂੰ ਦੇਖਦਾ, ਉਹ ਕਹਿੰਦਾ ਤੂੰ ਆ ਜਾ ਮੈਂ ਤੈਨੂੰ ਦੇਖਦਾ। ਇਹ ਕੋਈ ਮਤਲਬ ਜਿਹੜੇ ਲੀਡਰ ਨੇ ਉਹਨਾਂ ਦਾ ਮਿਆਰ ਜਿਹੜਾ ਹੈ, ਸ਼ਬਦਾਂ ਦਾ ਮਿਆਰ, ਉਹ ਬਹੁਤ ਹੇਠਾਂ ਡਿੱਗ ਚੁੱਕਿਆ। ਪਹਿਲਾਂ ਤੁਸੀਂ ਕਰਕੇ ਰਿਸਪੈਕਟ ਦਿੱਤੀ ਜਾਂਦੀ ਸੀ, ਪੰਜਾਬ ਦਾ ਕਲਚਰ ਰਿਹਾ ਕਿ ਕਿਸੇ ਦੀ ਇੱਜ਼ਤ ਕਰਨਾ, ਇੱਜ਼ਤ ਦੇ ਨਾਲ ਬੋਲਣਾ, ਪਰ ਹੁਣ ਉਹ ਮਿਆਰ ਲੀਡਰਾਂ ਦੇ ਵਿੱਚ ਨਹੀਂ ਰਿਹਾ। ਤੁਸੀਂ ਦੇਖੋ ਨਾ, ਕਿਸੇ ਨੂੰ ਕੇਜਰੀਵਾਲ ਨੂੰ ਕੇਜਰੀ ਕਹਿ ਕੇ ਬੁਲਾਉਣਾ ਵਿੱਚ, ਮਜੀਠੀਆ ਤੂੰ ਮੇਰੇ ਵੱਲ ਆ ਜਾ, ਸਿੱਧੂ ਤੂੰ ਇੱਧਰ ਆ ਤੈਨੂੰ ਦੇਖਦੇ ਹਾਂ ਅਸੀਂ। ਆ ਪਿੱਛੇ ਜੋ ਕੁਛ ਹੁਣ ਸਪੈਸ਼ਲ ਸੈਸ਼ਨ ਜਿਸ ਦਿਨ ਹੋਇਆ ਸੀਗਾ, ਉਦਣ ਉੱਥੇ ਕੋਈ ਮੁੱਦਿਆਂ ਦੀ ਗੱਲ ਹੋਈ ਸੀ ਇੱਕ ਦੂਜੇ ਦੇ ਨਾਲ। ਇਸ ਤਰ੍ਹਾਂ ਸੀਗਾ ਜਿਵੇਂ ਆਪਾਂ ਕਹਿੰਦੇ ਵੀ ਅਨਪੜ੍ਹ ਬੰਦੇ ਜਿਹੜੇ ਨੇ ਦੋ ਆਪਸ ਵਿੱਚ ਲੜਦੇ ਨੇ। ਮੈਨੂੰ ਤਾਂ ਮੈਂ ਕਈ ਵਾਰੀ ਇਹ ਗੱਲ ਕਹੀ ਹੈ, ਕਿਉਂਕਿ ਇਹ ਐਕਸਪੀਰੀਅੰਸ ਮੇਰਾ ਜਿਹੜਾ ਹੈਗਾ ਮਾੜਾ, ਇਹ 1985 'ਚ ਹੋ ਗਿਆ ਸੀ। ਅਸਲ 'ਚ ਮੈਂ ਉਸ ਟਾਈਮ 'ਤੇ ਨਾ ਇੰਟਰਨਸ਼ਿਪ ਕਰਦਾ ਸੀ, ਅਤੇ ਜਿਹੜੀ ਸੈਕਟਰੀਏਟ ਆਪਣੀ ਮੇਨ ਹੈਗੀ ਹੈ, ਉਦੋਂ ਡਿਸਪੈਂਸਰੀ ਸੈਕਟਰੀਏਟ ਦੀ ਅਤੇ ਵਿਧਾਨ ਸਭਾ ਦੀ ਦੋਨਾਂ ਦੀ ਇਕੱਠੀ ਸੀ। ਉੱਥੇ ਜਿਹੜਾ ਮੈਡੀਕਲ ਆਫਿਸਰ ਸੀਗਾ, ਮੈਂ ਤਾਂ ਅਜੇ ਤੱਕ ਟ੍ਰੇਨ ਹੀ ਸੀਗਾ, ਲੇਕਿਨ ਉਹ ਮੇਰੇ ਇਲਾਕੇ 'ਚ ਹੋਣ ਕਰਕੇ ਉਹ ਮੈਨੂੰ ਕਹਿੰਦਾ ਸੀ ਚੱਲ ਤੂੰ ਡਾਕਟਰ ਦਲੇਰ ਤੂੰ ਹੀ ਦੇਖ ਕੇ ਰੱਖ ਵਿੱਚ ਉੱਥੇ। ਉਸ ਪੀਰੀਅਡ ਦੇ ਨਾਲ ਨਾ ਮੈਨੂੰ ਵਿਧਾਨ ਸਭਾ 'ਚ ਮੌਕਾ ਮਿਲਿਆ ਥੋੜ੍ਹਾ ਜਿਹਾ ਜਾਣ ਦਾ ਵਿੱਚ ਜਿਹੜਾ ਹੈਗਾ। ਮੈਂ ਉਦੋਂ ਕੰਨਾਂ ਨੂੰ ਹੱਥ ਲਾ ਲਏ ਸੀਗੇ ਕਿ ਜੇ ਮੈਂ ਵਿਧਾਨ ਸਭਾ ਨਹੀਂ ਆਵਾਂਗਾ ਕਦੀ ਵੀ, ਭਾਵੇਂ ਅੱਜ ਮੈਂ ਜਦੋਂ ਮੈਂ ਮੈਚਿਓਰ ਹੋ ਚੁੱਕਿਆ, ਨੌਕਰੀ ਵੀ ਕਰ ਲਈ ਹੈ, ਹੁਣ 60 ਸਾਲ ਮੇਰੀ ਏਜ ਹੋ ਗਈ ਹੈ,
ਤੇ ਲੱਗਦਾ ਹੈ ਕਿ ਨਹੀਂ ਆਪਾਂ ਨੂੰ ਪੋਲਿਟਿਕਸ ਦੇ ਵਿੱਚ ਇਨਵੋਲਵ ਹੋਣਾ ਚਾਹੀਦਾ ਹੈ ਜਾਂ ਸਾਰਿਆਂ ਨੂੰ ਹੋਣਾ ਚਾਹੀਦਾ। ਮਤਲਬ ਮੇਰਾ ਕਹਿਣ ਦਾ ਮਤਲਬ ਹੈ ਕਿਉਂਕਿ ਡੈਮੋਕ੍ਰੇਸੀ ਹੈ ਤੇ ਜੇ ਡੈਮੋਕ੍ਰੇਸੀ ਦੇ ਵਿੱਚ ਆਪਾਂ ਸਾਰੇ ਹੀ ਮੈਚਿਓਰਟੀ ਦੇ ਨਾਲ ਡੈਮੋਕ੍ਰੇਸੀ ਨੂੰ ਨਹੀਂ ਸਮਝਾਂਗੇ, ਚਾਹੇ ਉਹ ਲੀਡਰ ਹੋਵੇ, ਚਾਹੇ ਉਹ ਵੋਟਰ ਹੋਵੇ, ਚਾਹੇ ਉਹ ਸਪੋਰਟਰ ਹੋਵੇ ਵਿੱਚ, ਤਾਂ ਇਹ ਜਿਹੜੀ ਅੱਜ ਜਿੱਥੇ ਆਣ ਕੇ ਖੜੀ ਹੈ ਉਹ ਇਸੇ ਇਮੈਚਿਓਰਟੀ ਕਰਕੇ ਡੈਮੋਕ੍ਰੇਸੀ ਇਸ ਹਾਲਾਤ 'ਤੇ ਆਣ ਕੇ ਖੜੀ ਹੋ ਗਈ ਹੈ ਕਿ ਜਿਹੜੇ ਅਸਲੀ ਮੁੱਦੇ ਸੀਗੇ, ਤੁਸੀਂ ਦੇਖੋ ਨਾ ਡਿਵੈਲਪਮੈਂਟ ਦੇ ਮੁੱਦੇ ਕੀ ਹੁੰਦੇ ਆ। ਕਿਸੇ ਆਪਾਂ ਵਰਡ ਯੂਜ਼ ਕਰਦੇ ਹਾਂ, ਡਿਵੈਲਪਮੈਂਟ ਇਜ਼ ਨਾਟ ਚੇਂਜਿੰਗ ਇਕਨੋਮਿਕਸ, ਇਟ ਇਜ਼ ਚੇਂਜਿੰਗ ਲਾਈਫਸ। ਅਤੇ ਲਾਈਫਸ ਕਾਹਦੇ ਨਾਲ ਚੇਂਜ ਹੋਣਗੀਆਂ? ਲਾਈਫ ਚੇਂਜ ਹੋਣਗੀਆਂ ਤੁਹਾਡੀ ਐਜੂਕੇਸ਼ਨ ਨਾਲ, ਸਭ ਤੋਂ ਵੱਡਾ ਮੁੱਦਾ ਹੈਲਥ ਨਾਲ ਅਗਰ ਪ੍ਰੋਪਰ ਹੈਗੀ ਹੈ, ਲੋਕਾਂ ਦੀ ਆਪਸ ਵਿੱਚ ਕੌਮਨਲ ਹਾਰਮਨੀ ਬਣੀ ਹੋਈ ਹੈ ਵਿੱਚ ਜਿਹੜੀ ਹੈਗੀ ਹੈ, ਗਰੀਬੀ ਜਿਹੜੀ ਹੈਗੀ ਹੈ ਉਹ ਇਹ ਨਹੀਂ ਆਪਾਂ ਕਹਾਂਗੇ ਗਰੀਬੀ ਹਮੇਸ਼ਾ ਵਾਸਤੇ ਖਤਮ ਹੋ ਜਾਏਗੀ, ਪਰ ਗਰੀਬ ਤਾਂ ਜਿਹੜੇ ਡਿਵੈਲਪ ਕੰਟਰੀਜ਼ ਨੇ ਉੱਥੇ ਵੀ ਹੈਗੇ ਨੇ, ਲੇਕਿਨ ਇਸ ਲੈਵਲ ਦੀ ਗਰੀਬ ਨਹੀਂ ਹੈਗੇ ਕਿ ਉਸ ਨੂੰ ਹੋਰ ਥੱਲੇ ਨੂੰ ਧੱਕਿਆ ਜਾ ਰਿਹਾ, ਉਸ ਗਰੀਬੀ ਨੂੰ ਉੱਪਰ ਨੂੰ ਲਿਆਉਣ ਦੀ ਕੋਸ਼ਿਸ਼ ਕਰਦੀ ਹੈ ਜਦੋਂ ਆਪਾਂ ਕਹਿੰਦੇ ਹਾਂ ਕਿ ਗਰੀਬੀ ਹਟਾਉਣ ਦੀ ਗੱਲ ਹੋਵੇ। ਪਰ ਇੱਥੇ ਤਾਂ ਬਦਕਿਸਮਤੀ ਇਹ ਹੈਗੀ ਹੈ ਕਿ 1970 'ਚ ਗਰੀਬੀ ਹਟਾਓ ਦਾ ਨਾਅਰਾ ਚੱਲਿਆ ਅਤੇ ਅੱਜ 2022 ਦੇ ਵਿੱਚ ਵੀ ਆਪਾਂ ਜੇ ਗਰੀਬੀ ਦੀ ਗੱਲ ਹੀ ਕਰੀ ਜਾ ਰਹੇ ਹਾਂ, ਮਤਲਬ ਕਿੰਨੇ ਸਾਲ ਹੋ ਗਏ? 52 ਸਾਲ ਅਸੀਂ ਨਾਅਰੇ ਹੀ ਦਿੰਦੇ ਰਹਾਂਗੇ ਵਿੱਚ। ਗਰੀਬੀ ਤਾਂ ਕੀ ਹਟਣੀ ਸੀ, ਪੰਜਾਬ ਦੇ ਉੱਪਰ ਉਲਟਾ ਕਰੋੜਾਂ ਦਾ ਕਰਜ਼ਾ ਚੜਿਆ ਹੋਇਆ ਹੈ। ਸਾਰੀਆਂ ਪਾਰਟੀਆਂ ਕਹਿ ਰਹੀਆਂ ਨੇ ਕਿ ਕਰਜ਼ਾ ਵੀ ਉਤਰਨਾ ਚਾਹੀਦਾ ਹੈ। ਪਿਛਲੇ ਸਮੇਂ ਦੌਰਾਨ ਪੰਜਾਬ ਜਿਹੜਾ ਹੈ ਉਹ ਡੁੱਬਿਆ ਹੈ, ਪਰ ਸਵਾਲ ਇਹ ਹੈ ਪੰਜਾਬ ਨੂੰ ਡੁੱਬਿਆ ਕਿਸ ਨੇ? ਤੁਸੀਂ ਕੀ ਸਮਝਦੇ ਹੋ? ਪਾਰਟੀਆਂ ਸਾਰੀਆਂ ਪਹਿਲਾਂ ਰਾਜ ਕਰ ਚੁੱਕੀਆਂ ਨੇ। ਇੱਕ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਇੱਕ ਮੌਕਾ ਕੇਜਰੀਵਾਲ ਨੂੰ ਜਾਂ ਇੱਕ ਮੌਕਾ ਭਗਵੰਤ ਮਾਨ ਨੂੰ ਕਿਹਾ ਜਾ ਰਿਹਾ। ਇਸ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਵੋਟਾਂ ਪਾਈਆਂ ਸਨ, MP ਚੁਣੇ ਗਏ। ਆਮ ਆਦਮੀ ਪਾਰਟੀ ਤੁਹਾਨੂੰ ਕੀ ਲੱਗਦਾ ਕਿੰਨਾ ਕੁ ਕੁਝ ਕਰ ਸਕੀ? ਉਸ ਤੋਂ ਇਲਾਵਾ ਜਿਹੜੀਆਂ ਦੂਜੀ ਪਾਰਟੀਆਂ ਨੇ, ਰਵਾਇਤੀ ਪਾਰਟੀਆਂ, ਅਕਾਲੀ ਦਲ ਰਿਹਾ ਸਿਆਸਤ ਦੇ ਵਿੱਚ, ਸੱਤਾ ਦੇ ਵਿੱਚ ਕਾਂਗਰਸ ਰਹੀ, ਤੁਹਾਨੂੰ ਕੀ ਲੱਗਦਾ ਹੈ ਪੰਜਾਬ ਨੂੰ ਡੋਬਿਆ ਕਿਸ ਨੇ? ਦੇਖੋ ਇਸ ਤਰ੍ਹਾਂ ਇਹ ਕਹਾਂਗੇ ਕਿ ਡੋਬਿਆ ਤਾਂ ਸਾਰਿਆਂ ਨੇ ਰਲ ਮਿਲ ਕੇ ਹੈ। ਜੇ ਆਪਾਂ ਮੇਰੇ ਵੱਲੋਂ ਨਾ ਇੱਕ ਟਾਈਟਲ ਜਰਾ ਸੋਚੋ ਨਾਂ ਦਾ ਟਾਈਟਲ ਲਿਖਿਆ ਜਾਂਦਾ ਹੁੰਦਾ, ਜਿਹਦੇ ਪਿਛਲੇ 2.5-3 ਸਾਲਾਂ ਤੋਂ ਮੈंने ਹਰ ਰੋਜ਼ ਲਿਖਣਾ ਹੁੰਦਾ, ਵੱਖਰੇ ਵੱਖਰੇ ਮੁੱਦਿਆਂ 'ਤੇ ਲਿਖਣਾ ਹੁੰਦਾ, ਪੋਲਿਟਿਕਸ ਦੇ ਬਾਰੇ ਵੀ ਮੈंने ਲਿਖਣਾ ਹੁੰਦਾ। ਅੱਜ ਮੇਰੀ ਸੋਚ ਇੱਥੇ ਆਣ ਕੇ ਖੜੀ ਹੈ ਕਿ ਇਹ ਆਂਡੇ ਮੁਰਗੀ ਵਾਲਾ ਸਵਾਲ ਨਹੀਂ ਹੈ ਕਿ ਆਂਡਾ ਪਹਿਲਾਂ ਕਿ ਮੁਰਗੀ ਪਹਿਲਾਂ। ਸਵਾਲ ਹੁਣ ਇਹ ਹੈਗਾ ਕਿ ਇਹਦੇ ਵਿੱਚੋਂ ਆਪਾਂ ਨੂੰ ਜੇ ਆਪਾਂ ਇੱਥੇ ਹੀ ਸ਼ੁਰੂ ਕਰਕੇ ਤੇ ਇੱਥੇ ਹੀ ਐਂਡ ਕਰਨਾ, ਇਹਦਾ ਮਤਲਬ ਆਪਾਂ ਕੁਝ ਵੀ ਨਹੀਂ, ਚਾਹੇ ਆਪਾਂ ਘੰਟਾ ਡਿਸਕਸ਼ਨ ਕਰੀਏ, ਭਾਵੇਂ ਆਪਾਂ 10 ਘੰਟੇ ਡਿਸਕਸ਼ਨ ਕਰੀਏ। ਸਵਾਲ ਇੱਥੇ ਹੀ ਹੈਗਾ ਕਿ ਜਿਹੜੇ ਲੋਕਾਂ ਨੂੰ ਕਿਸੇ ਵੀ ਢੰਗ ਨਾਲ ਜਿੱਤ ਕੇ ਕੁਰਸੀ 'ਤੇ ਬਿਠਾਇਆ ਸੀ, ਕੀ ਉਹਨਾਂ ਨੇ ਆਪਣੀ ਡਿਊਟੀ ਪੂਰੀ ਕੀਤੀ? ਇਹ ਸਭ ਤੋਂ ਵੱਡਾ ਇਹਦਾ ਮਤਲਬ ਹੈਗਾ ਕਿ ਆਪਾਂ ਆਂਡੇ ਮੁਰਗੀ ਦੀ ਗੱਲ ਨਾ ਕਰਕੇ ਆਪਾਂ ਇਸ ਗੱਲ ਦੇ ਉੱਤੇ ਕਰੀਏ, ਕਿਉਂਕਿ ਵੋਟਰ ਜਿਹੜਾ ਹੈਗਾ ਨਾ ਉਹ ਇੰਨਾ ਸਿਆਣਾ ਨਹੀਂ ਹੈ। ਲੇਕਿਨ ਮੈਂ ਕਹਿੰਦਾ ਇਮੈਚੁਰ ਬੰਦੇ ਨੇ ਵੀ ਤੁਹਾਨੂੰ ਫੜ ਕੇ ਵੀ ਕੁਰਸੀ 'ਤੇ ਬਿਠਾ ਦਿੱਤਾ, ਅਤੇ ਫਿਰ ਤੁਸੀਂ ਕੁਰਸੀ ਨੂੰ ਤਾਂ ਜਸਟੀਫਾਈ ਕਰੋ ਨਾ। ਇਹਦਾ ਮਤਲਬ ਨੇਤਾ ਜ਼ਿਆਦਾ ਇੰਪੋਰਟੈਂਟ ਨੇ ਕਿ ਜਿਨ੍ਹਾਂ ਨੇ ਸਿਸਟਮ ਨੂੰ ਜਿਹੜਾ ਹੈਗਾ ਉਹ ਚਲਾਉਣਾ ਸੀ, ਅਤੇ ਨੇਤਾ ਅੱਜ ਦੀ ਡੇਟ ਦੇ ਵਿੱਚ ਤਾਂ ਗੱਲ ਹੀ ਨਹੀਂ ਕਰਿਆ। ਤੁਸੀਂ ਮੈਂ ਅੱਜ ਹੁਣ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ, ਕਿਸੇ ਵੀ ਨੇਤਾ ਦੇ ਮੂੰਹ ਦੇ ਉੱਤੋਂ ਮੈंने ਹੈਲਥ ਔਰ ਐਜੂਕੇਸ਼ਨ ਨੂੰ ਕਿਵੇਂ ਇੰਪਰੂਵ ਕਰਨਾ ਕਹਿ ਦੇਣਗੇ ਕਿ ਇੰਪਰੂਵ ਹੋਣਾ ਚਾਹੀਦਾ। ਇੱਦਾਂ ਕਹਿਣਾ ਥੋੜ੍ਹੀ ਕੋਈ ਗੱਲ ਬਣਦੀ ਉੱਥੇ। ਕਿਸੇ ਬੰਦੇ ਕੋਲੋਂ ਪੁੱਛ ਲਓ, ਅੱਜ ਮੈਂ ਇਹ ਦਾਅਵੇ ਨਾਲ ਕਹਿ ਸਕਦਾ, ਓਪਨ ਚੈਲੰਜ ਕਰਦਾ ਕਿ ਪੰਜਾਬ ਦਾ ਈਵਨ ਹੈਲਥ ਮਿਨਿਸਟਰ ਹੋਵੇ ਜਾਂ ਕੋਈ ਵੀ ਹੋਰ ਜਿਹੜਾ ਹੈਗਾ ਬੰਦਾ, ਜਿਹੜਾ ਲੀਡਰ ਆਪਣੇ ਆਪ ਨੂੰ ਖਾਂਦਾ, ਮੈਂ ਡਾਕਟਰ ਦੀ ਗੱਲ ਨਹੀਂ ਕਰ ਰਿਹਾ, ਉਹ ਕਿਸੇ ਵੀ ਸਟੇਜ 'ਤੇ ਆ ਕੇ ਮੇਰੇ ਨਾਲ ਡਿਬੇਟ ਕਰਦੇ ਜੀ ਇੱਕ ਨੂੰ ਵੀ ਪਤਾ ਹੋਵੇ ਵੀ ਹੈਲਥ ਡਿਪਾਰਟਮੈਂਟ ਚੱਲ ਕਿਸ ਤਰ੍ਹਾਂ। ਤੁਹਾਨੂੰ ਕੀ ਲੱਗਦਾ ਪਿਛਲੇ ਸਮੇਂ ਦੌਰਾਨ ਕਾਂਗਰਸ ਸਰਕਾਰ ਵੇਲੇ ਜਿਹੜੇ ਹੈਲਥ ਮਿਨਿਸਟਰ ਰਹੇ, ਉਹਨਾਂ ਨੇ ਜੋ ਕੰਮ ਕੀਤੇ, ਜੋ ਵੀ ਚਾਹੇ ਉਹ ਕਰੋਨਾ ਦਾ ਟਾਈਮ ਸੀ ਜਾਂ ਉਸ ਤੋਂ ਪਹਿਲਾਂ ਜਦੋਂ ਤੋਂ ਮੰਤਰੀ ਰਹੇ, ਕੀ ਤੁਸੀਂ ਉਸ ਤੋਂ ਸੰਤੁਸ਼ਟ ਹੋ? ਕੀ ਤੁਹਾਨੂੰ ਲੱਗਦਾ ਹੈ ਜੋ ਇੱਕ ਮੰਤਰੀ ਦੇ ਕੰਮ ਹੋਣੇ ਚਾਹੀਦੇ ਨੇ ਉਸ ਹਿਸਾਬ ਨਾਲ ਉਹਨਾਂ ਨੇ ਆਪਣੀ ਪੂਰੀ ਜ਼ਿੰਮੇਵਾਰੀ ਨੂੰ ਨਿਭਾਇਆ ਜਾਂ ਨਹੀਂ ਨਿਭਾਇਆ? ਨਹੀਂ, ਮੈਂ ਤਾਂ ਇਹ ਜਿਹੜਾ ਕਿਉਂਕਿ ਜਿਹੜੀ ਪਾਰਟੀ ਪਾਵਰ 'ਚ ਹੁੰਦੀ ਹੈ ਉਹਦੀ ਡਿਸਕਸ਼ਨ ਹਮੇਸ਼ਾ ਜ਼ਿਆਦਾ ਹੁੰਦੀ ਹੈ। ਜਿਹੜਾ ਟਾਈਮ ਬੀਤ ਜਾਂਦਾ ਉਹ ਤਾਂ ਆਪਾਂ ਕਹਿੰਦੇ ਕਿ ਹੁਣ ਬੀਤ ਗਿਆ ਵਿੱਚ, ਕਿਉਂਕਿ ਉਸ ਤੋਂ ਬਾਅਦ ਉਹਨਾਂ ਨੂੰ ਨਕਾਰ ਕੇ ਤੇ ਫਿਰ ਇੱਕ ਨਵਾਂ ਸੈਟਅਪ ਬਣਾਇਆ ਸੀ ਨਾ। ਪਿਛਲੇ ਤੁਸੀਂ ਦੇਖੋ ਕਿ 5 ਸਾਲ ਹੀ ਹੋ ਗਏ ਹੁਣ ਤਾਂ, ਬਿਲਕੁਲ 5 ਸਾਲਾਂ ਦੇ ਵਿੱਚ ਤੁਸੀਂ ਦੇਖੋ ਕਿ ਆਹ ਲੇਟੈਸਟ ਆਪਣੇ ਜਿਹੜੇ ਹੈਲਥ ਮਿਨਿਸਟਰ ਇੱਥੋਂ ਮੋਹਾਲੀ ਆਪਾਂ ਬੈਠੇ ਹੋਏ ਹਾਂ, ਮੋਹਾਲੀ ਦੇ ਹੀ MLA ਜਿਹੜੇ ਹੈਗੇ ਨੇ ਸਰਦਾਰ ਬਲਵੀਰ ਸਿੰਘ ਸਿੱਧੂ, ਇਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਇੱਕ CSC ਕੀ ਹੁੰਦੀ ਹੈ ਤੇ ਇੱਕ ਸਬ ਡਿਵੀਜ਼ਨ ਹਸਪੀਟਲ ਕੀ ਹੁੰਦਾ। ਆਪਾਂ ਇੱਥੇ ਬੈਠੇ ਆਪਾਂ ਨੂੰ ਪਤਾ ਨਾ, ਢਕੌਲੀ ਦੀ ਗੱਲ ਕਰਦੇ ਹਾਂ ਆਪਾਂ, ਢਕੌਲੀ ਇੱਕ ਕਮਿਊਨਿਟੀ ਹੈਲਥ ਸੈਂਟਰ ਹੈ ਆਪਣਾ CSC, ਉਹਨੂੰ ਕਹਿੰਦੇ ਜੀ ਉੱਥੇ ਮੈंने ਸਬ ਡਿਵੀਜ਼ਨ ਹਸਪਤਾਲ ਬਣਾਤਾ ਔਰ ਉੱਥੇ ਕੁਝ ਵੀ ਨਹੀਂ, ਅੱਜ ਦੀ ਡੇਟ 'ਚ ਵੀ ਕੁਝ ਨਹੀਂ ਹੈ, ਕੋਈ ਸਪੈਸ਼ਲਿਸਟ ਡਾਕਟਰ ਨਹੀਂ ਹੈ, ਕਾਗਜ਼ਾਂ 'ਚ ਵੀ ਨਹੀਂ ਬਣਾਇਆ। ਕਈ ਵਾਰੀ ਹੁੰਦਾ ਨਾ ਵਰਕਿੰਗ ਇਸ ਨਹੀਂ ਬਣਾਉਣਾ, ਕਾਗਜ਼ਾਂ 'ਚ ਵੀ ਨਹੀਂ ਬਣਾਇਆ। ਤੁਸੀਂ ਆਹ ਦੇਖੋ ਇਹਨਾਂ ਨੇ ਨਾ, ਜਦੋਂ ਆ ਪਿੱਛੇ ਜੇ ਮੈंने ਬੋਰਡ ਲੱਗੇ ਹੋਏ ਦਿਖਦਾ ਹੁਣ ਇੱਥੇ, ਕਹਿੰਦੇ ਮੈਡੀਕਲ ਕਾਲਜ ਬਣਾ ਲਿਆ। ਮੈਡੀਕਲ ਕਾਲਜ ਇਹਨਾਂ ਕੋਲੋਂ ਪੁੱਛੋ ਮੈਡੀਕਲ ਕਾਲਜ ਦੇ ਵਿੱਚ ਪੰਜਾਬ ਗਵਰਨਮੈਂਟ ਨੇ ਕੀ ਹਿੱਸਾ ਪਾਇਆ? ਮੈਡੀਕਲ ਕਾਲਜ ਜਿਹੜਾ ਹੈਗਾ ਮੋਹਾਲੀ 'ਚ ਵੀ ਜਿਹੜਾ ਬਣਿਆ, ਇੱਕ ਤਾਂ ਇਹ ਹੈਗਾ ਕਿ ਸੈਂਟਰ ਗਵਰਨਮੈਂਟ ਦੀ ਉਸ ਸਕੀਮ ਦੇ ਥੱਲੇ ਬਣਿਆ ਜਿਸ ਸਕੀਮ ਦੇ ਵਿੱਚ ਇਹ ਜਿਹੜੇ ਡਿਸਟ੍ਰਿਕਟ ਹਸਪੀਟਲ ਸੀ ਉਹਦੇ ਨਾਲ ਮੈਡੀਕਲ ਕਾਲਜ ਅਟੈਚ ਕਰਨਾ ਸੀਗਾ।
ਇਹਨਾਂ ਨੇ ਪਿੱਛੇ ਜੇ ਸਿਰਫ ਇਹਨਾਂ ਦੀ ਕੰਟਰੀਬਿਊਸ਼ਨ ਇਹੀ ਹੈ ਵੀ ਇੱਕ ਕੰਧ ਦਾ ਉਦਘਾਟਨ ਕਰਿਆ ਮੈਡੀਕਲ ਕਾਲਜ ਦੀ, ਆ ਇਹਨਾਂ ਦੀ ਕੰਡੀਸ਼ਨ ਹੈਗੀ ਹੈ ਵਿੱਚ ਜਿਹੜੀ ਹੈਗੀ ਹੈ। ਔਰ ਇਹ ਜਿਹੜੀ ਸੈਂਟਰ ਗਵਰਨਮੈਂਟ ਨੇ ਕਾਫੀ ਸਾਰੇ ਨੰਬਰ ਸੀਗਾ ਜਿਹੜਾ ਸੈਂਟਰ ਗਵਰਨਮੈਂਟ ਨੇ ਅਨਾਉਂਸ ਕੀਤਾ ਸੀ ਕਿ ਡਿਸਟ੍ਰਿਕਟ ਹਸਪੀਟਲ ਦੇ ਨਾਲ ਮੈਡੀਕਲ ਕਾਲਜ ਬਣਾਉਣਾ। ਪੰਜਾਬ ਸਭ ਤੋਂ ਫਾਡੀ ਹੈ ਉਹਦੇ 'ਚ, ਬਹੁਤ ਸਾਰੇ ਥਾਵਾਂ ਤੇ ਇੰਡੀਆ 'ਚ ਬਣ ਚੁੱਕੇ ਆ। ਇਹ ਅਜੇ ਤੱਕ ਚਾਲੂ ਨਹੀਂ ਹੋਇਆ ਅਜੇ ਤੱਕ ਵਿੱਚ। ਵੈਸੇ ਇੱਕ ਬਿਲਡਿੰਗ ਜਿਹੜੀ ਸੀ ਉਹ ਕਾਰਪੋਰੇਸ਼ਨ ਦੀ ਬਿਲਡਿੰਗ ਸੀ, ਉਸੇ ਨੂੰ ਟੇਕ ਓਵਰ ਕਰ ਲਿਆ ਤੇ ਉਸ ਨੂੰ ਕਹੀ ਜਾਂਦੇ ਮੈਡੀਕਲ। ਇਹ ਆਪਣੀ ਅਚੀਵਮੈਂਟ ਕਹਿੰਦਾ ਬਲਵੀਰ ਸਿੰਘ ਸਿੱਧੂ। ਫਿਰ ਤੁਸੀਂ ਦੇਖੋ 3B1 ਦੇ ਵਿੱਚ ਨਾ ਸਾਡਾ ਇੱਕ ਮਿੰਨੀ PSC ਸੀ, ਜਾਂ ਉਹਨੂੰ ਆਪਾਂ ਹੁੰਦੀ ਕਿਹੜੀ ਮਿੰਨੀ PSC ਵਰਡ ਛੱਡ ਕੇ ਤਾਂ ਅਸੀਂ ਉਸ ਨੂੰ ਰੂਰਲ PSC, ਪਰ ਇਸ ਨੂੰ ਆਪਾਂ ਰੂਰਲ PSC ਨਹੀਂ ਕਹਿ ਸਕਦੇ ਕਿਉਂਕਿ ਪੁਰਾਣਾ ਬਣਿਆ ਹੋਇਆ, ਇਸ ਕਰਕੇ ਉਹੀ ਪ੍ਰੋਟੋਕੋਲ ਚੱਲਦਾ ਆ ਰਿਹਾ। ਉਹਦੇ 'ਚ ਇੱਕ ਕਮਿਊਨਿਟੀ ਹੈਲਥ ਸੈਂਟਰ ਜਿਹੜਾ ਹੈਗਾ ਕਹਿੰਦੇ ਬਣਾਤਾ। ਉਹ ਕਮਿਊਨਿਟੀ ਹੈਲਥ ਸੈਂਟਰ ਦੇ ਵੀ ਜਿਹੜੇ ਕਿੱਟਾਂ ਜਿਹੀਆਂ ਖੜੀਆਂ ਕਰਕੇ ਨਾ ਵਿੱਚ ਜਿਹੜੀ ਹੁੰਦੀ ਆ, ਉਹਦਾ ਇੱਕ ਛੋਟਾ ਜਿਹਾ ਬਲਾਕ ਬਣਾ ਕੇ ਉਹਨੂੰ ਰੈਗੂਲੇਟ ਕਰਕੇ ਕਹਿੰਦੇ ਜੀ ਮੈंने ਵੱਡਾ ਹਸਪਤਾਲ ਬਣਾਤਾ। ਜਦੋਂ ਕਿ ਦੇਖਣ ਵਾਲੀ ਗੱਲ ਹੈਗੀ ਹੈ ਕਿ ਜਿੱਥੇ ਕਾਰਪੋਰੇਸ਼ਨ ਬਣ ਜਾਂਦੀ ਹੈ ਜਾਂ ਮਿਊਨਿਸਪਲ ਕਮੇਟੀ ਬਣ ਜਾਂਦੀ ਹੈ, ਉਹਦੇ ਅੰਡਰ ਜਿਹੜੇ ਹਸਪੀਟਲ ਬਣਾਏ ਜਾਂਦੇ ਕਮਿਊਨਿਟੀ ਹੈਲਥ ਸੈਂਟਰ ਨਹੀਂ ਬਣਾਏ ਜਾਂਦੇ, ਉਹਦੇ ਅੰਡਰ ਸਿਵਲ ਹਸਪੀਟਲ ਬਣਾਏ ਜਾਂਦੇ। ਇਹਨਾਂ 'ਚ ਡਿਫਰੈਂਸ ਪਤਾ ਕੀ ਹੈ? ਇਹ ਜਿਹੜੇ ਕਮਿਊਨਿਟੀ ਹੈਲਥ ਸੈਂਟਰ ਹੁੰਦੇ ਨੇ ਨਾ, ਇੱਥੇ ਸਿਰਫ 4 ਡਾਕਟਰਾਂ ਦੀ ਪੋਸਟਿੰਗ ਹੁੰਦੀ ਹੈ, 4 ਸਪੈਸ਼ਲਿਸਟ। ਸਿਵਲ ਹਸਪੀਟਲ 'ਚ ਸਾਰੀਆਂ ਸਪੈਸ਼ਲਿਟੀਜ਼ ਹੁੰਦੀਆਂ ਨੇ, ਉਹਦੇ 'ਤੇ ਬਾਉਂਡ ਨਹੀਂ ਹੁੰਦਾ। ਹੁਣ ਇਹਦਾ ਹੋਣਾ ਕੀ ਹੈ ਜਿਹੜਾ ਇਹ ਆਪਣੇ ਆਪ ਨੂੰ ਬਹੁਤ ਜ਼ਿਆਦਾ ਸ਼ੋਅ ਕਰਦੇ ਨੇ ਕਿ ਮੈਨੇ ਇਹ ਬਣਾਇਆ। ਤੁਹਾਨੂੰ ਹੋਰ ਸਟੋਰੀ ਵੀ ਦੱਸੂਗਾ ਮੈਨੇ ਹੈਲਥ ਮਿਨਿਸਟਰ ਦੀ, ਕਿਉਂਕਿ ਇਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਆਪਾਂ ਕਰਨਾ ਕੀ ਹੈ। ਹੁਣ ਇਹ ਕਮਿਊਨਿਟੀ ਹੈਲਥ ਸੈਂਟਰ ਮੰਨ ਲਓ ਇਹਨਾਂ ਨੇ ਡਿਕਲੇਅਰ ਕਰ ਦਿੱਤਾ, ਅਜੇ ਤੱਕ ਤਾਂ ਵੈਸੇ ਮੈਨੂੰ ਲੱਗਦਾ ਵੀ ਉਹ ਹੋ ਨਹੀਂ ਪਾਣਾ ਇਹਨਾਂ ਦੇ ਵਿੱਚ, ਕਿਉਂਕਿ ਉਹਦੀ ਵੀ ਪਰਮਿਸ਼ਨ ਲੈਣੀ ਹੁੰਦੀ ਹੈ। ਇਹ ਨਹੀਂ ਹੈ ਕਿ ਜ਼ਬਰਦਸਤੀ ਤੁਸੀਂ ਮਿਨਿਸਟਰ ਹੈਗੇ ਤਾਂ ਤੁਸੀਂ ਆਪਣੇ ਇਲਾਕੇ 'ਚ ਜੋ ਮਰਜ਼ੀ ਬਣਾਈ ਜਾਓ। ਜਦੋਂ ਕਿ ਇਹਨਾਂ ਦੀ ਆਪਣਾ ਕਮਿਊਨਿਟੀ ਹੈਲਥ ਸੈਂਟਰ ਕੁਰਾਲੀ ਵਾਲਾ ਜਿਹੜਾ ਹੈਗਾ, ਇਹਨਾਂ ਦੀ ਆਪਣੀ ਪਾਰਟੀ ਦੇ ਬੰਦੇ ਧਰਨਾ ਲਾ ਕੇ ਬੈਠੇ ਹੋਏ ਸੀ। ਚਲੋ ਇਹ ਹੁਣ ਹੋਣਾ ਕੀ ਹੈ ਕਿ ਇਸ ਹਸਪੀਟਲ ਦੇ ਵਿੱਚ ਜਿਹੜੀਆਂ ਅਸਲੀ ਡਾਕਟਰਾਂ ਦੀਆਂ ਪੋਸਟਿੰਗਸ ਸੀਗੀਆਂ ਉਹ ਹੋ ਨਹੀਂ ਪਾਈਆਂ, ਕਿਉਂਕਿ ਇਸ ਪਹਿਲੀ ਤਾਂ ਇਸ ਦੀ ਰੈਕੋਗਨੀਸ਼ਨ ਨਹੀਂ ਅੱਜ ਤੱਕ ਹੋਣੀ, ਕਿਉਂਕਿ ਜ਼ਬਰਦਸਤੀ ਬਣ ਗਿਆ। ਨੰਬਰ 2, ਜੇ ਬਣੇਗਾ ਵੀ ਤਾਂ ਸਿਰਫ 4 ਡਾਕਟਰਾਂ ਤੋਂ ਜ਼ਿਆਦਾ ਪੋਸਟਿੰਗ ਨਹੀਂ ਹੋਣੀ ਵਿੱਚ ਜਿਹੜੀ ਹੈਗੀ ਹੈ। ਜਦੋਂ ਕਿ ਚਾਹੀਦਾ ਇਹ ਸੀਗਾ ਕਿ ਮੈਡੀਕਲ ਕਾਲਜ 'ਚ ਆਪਾਂ ਕਹਿੰਦੇ ਹਾਂ ਵੀ 6 ਫੇਜ਼ 'ਚ ਬਣ ਗਿਆ ਤਾਂ 2 ਕਿਲੋਮੀਟਰ ਦੇ ਉੱਤੇ ਤੁਹਾਨੂੰ ਕਮਿਊਨਿਟੀ ਹੈਲਥ ਸੈਂਟਰ ਬਣਾਉਣ ਦੀ ਜ਼ਰੂਰਤ ਨਹੀਂ ਹੈ। ਜਿਹੜਾ ਇਹ ਡਿਕਲੇਅਰ ਹੋਇਆ ਸੀਗਾ ਕਿ ਤੁਸੀਂ ਦੇਖੋ ਮੋਹਾਲੀ ਕਿੱਧਰ ਨੂੰ ਵੱਧ ਰਿਹਾ, ਇੱਧਰ ਨੂੰ ਵੱਧ ਰਿਹਾ ਸਾਰਾ ਜਿਹੜਾ ਹੈਗਾ, ਜੇ ਇਸ ਸਾਈਡ ਨੂੰ ਵੱਧਦਾ ਤੇ ਜਿਹੜੇ ਨਵੇਂ ਸੈਕਟਰਸ ਬਣਾਏ ਨੇ ਉੱਥੇ ਕੋਈ ਡਿਸਪੈਂਸਰੀ ਦੇ ਦਿੰਦੇ ਵਿੱਚ ਜਿਹੜੀ ਹੈਗੀ ਹੈ। ਜਦੋਂ ਕਿ ਆਪਣੇ ਕੋਲ ਨਾ ਸਾਰੀਆਂ ਡਿਸਪੈਂਸਰੀਆਂ ਆਪਣੇ ਕੋਲ ਜਿਹੜੇ ਮੋਹਾਲੀ ਦੇ ਵਿੱਚ 1 ਫੇਜ਼ 'ਚ ਡਿਸਪੈਂਸਰੀ ਹੈ, ਫਿਰ 5 ਫੇਜ਼ 'ਚ ਡਿਸਪੈਂਸਰੀ ਹੈ, ਫਿਰ ਇਹ 3B1 ਵਾਲੀ ਆਉਂਦੀ ਸੀ, ਅੱਗੇ 7 ਫੇਜ਼ 'ਚ ਹੈਗੀ ਆ, ਫਿਰ 9 ਫੇਜ਼ 'ਚ, ਫਿਰ 11 ਫੇਜ਼ 'ਚ। ਤਾਂ ਆਹ ਜਿਹੜੇ ਬਾਕੀ ਸੈਕਟਰ ਹੈਗੇ ਨੇ ਇਹ ਮਤਰੀਮਾਂ ਦੇ ਜਿਹੜੇ ਨਵੇਂ ਸੈਕਟਰ ਤਾਂ ਬਣਾਤੇ ਤੁਸੀਂ ਪੰਜਾਬ ਦਾ ਉਹਨੂੰ, ਤੇ ਡਿਸਪੈਂਸਰੀਆਂ ਤੁਹਾਡੀਆਂ ਜਿਹੜੀਆਂ ਉਹ ਸਿਰਫ 5 ਸੈਕਟਰ ਕਹ ਲਓ ਜਾਂ 5 ਫੇਜ਼ 'ਚ ਜੋ ਵੀ ਉਹਦੇ 'ਚ ਜਿਹੜੀ ਹੈਗੀ ਵਿੱਚ। ਸੋ ਇਸ ਤੋਂ ਇਲਾਵਾ ਇਸ ਮਿਨਿਸਟਰ ਦੀ ਕੋਈ ਵੀ ਕੰਟਰੀਬਿਊਸ਼ਨ, ਬਲਕਿ ਇਹ ਵੀ ਕੰਟਰੀਬਿਊਸ਼ਨ ਨਹੀਂ ਹੈ, ਕਿਉਂਕਿ ਉੱਥੇ ਜਿਹੜਾ ਮੈਡੀਕਲ ਕਾਲਜ ਵੀ ਹੈ ਨਾ ਉਹਦੇ 'ਚ 60% ਜਿਹੜਾ ਬਜਟ ਹੈਗਾ ਉਹ ਤਾਂ ਸੈਂਟਰ ਗਵਰਨਮੈਂਟ ਦਾ ਆਉਣਾ, ਸੈਂਟਰ ਗਵਰਨਮੈਂਟ ਦੀ ਸਕੀਮ ਦੇ ਅੰਡਰ ਬਣਿਆ। ਉਹਦੇ 'ਚ ਦੱਸੋ ਤੁਸੀਂ ਕੀ ਕੀਤਾ? ਫਿਰ ਮੈਂ ਮੈਨੂੰ ਲੱਗਦਾ ਕਿ ਇਹ ਅਗਲੀ ਗੱਲ ਜਿਹੜੀ ਹੈਗੀ ਹੈ ਸ਼ਾਇਦ ਕਈ ਲੋਕਾਂ ਨੂੰ ਪਸੰਦ ਨਾ ਆਵੇ, ਲੇਕਿਨ ਮੈਂ ਕਹਾਂਗਾ ਸਟੋਰੀ। ਆਪਣੇ ਕੋਲ PGI ਹੈ, 32 ਸੈਕਟਰ ਹੈ, 16 ਸੈਕਟਰ ਵਾਲਾ ਹਸਪੀਟਲ ਹੈ, ਮੋਹਾਲੀ ਵਾਲਾ ਸਿਵਲ ਹਸਪੀਟਲ ਸੀਗਾ। ਫਿਰ ਉਹਦੇ 'ਚ ਤੁਸੀਂ ਮੈਡੀਕਲ ਕਾਲਜ ਸਾਰਾ ਕੁਝ ਜੇ ਆਪਾਂ ਮੋਹਾਲੀ ਚੰਡੀਗੜ੍ਹ ਦੇ ਵਿੱਚ ਹੀ ਕੰਸੈਂਟਰੇਟ ਕਰਨਾ, ਇਹਦੇ ਨਾਲ ਬਾਕੀ ਸਾਰਾ ਪੰਜਾਬ ਤੱਕ ਗਿਆ। ਅਸਲ 'ਚ ਚਾਹੀਦਾ ਸੀਗਾ ਕਿ ਇਹ ਮੈਡੀਕਲ ਕਾਲਜ ਕਿਸੇ ਉਸ ਹਸਪੀਟਲ ਦੇ ਨਾਲ ਅਟੈਚ ਹੋਣਾ ਚਾਹੀਦਾ ਜਿੱਥੇ ਹੈਲਥ ਸਰਵਿਸਿਜ਼ ਨਹੀਂ ਹੈ। ਜਿਵੇਂ ਹੁਣ ਆਪਾਂ ਹੁਸ਼ਿਆਰਪੁਰ ਦੀ ਗੱਲ ਕਰੀਏ, ਇੱਕ ਸਾਈਡ 'ਤੇ ਚਲਾ ਜਾਂਦਾ, ਪਠਾਨਕੋਟ ਜਿਹੜਾ ਹੈਗਾ ਉਹ ਇੱਕ ਸਾਈਡ 'ਤੇ ਚਲਾ ਜਾਂਦਾ ਵਿੱਚ ਜਿਹੜਾ ਹੈਗਾ, ਜਾਂ ਆਪਾਂ ਚਲੋ ਫਰੀਦਕੋਟ ਨੇੜੇ ਪੈਂਦਾ ਲੇਕਿਨ ਫਾਜ਼ਿਲਕਾ ਬਹੁਤ ਦੂਰ ਚਲਾ ਜਾਂਦਾ ਵਿੱਚ, ਉਹ ਉਸ ਦੇ ਨਾਲ ਅਟੈਚ ਕਰਦੇ, ਮਤਲਬ ਉੱਥੇ ਅਟੈਚ ਕਰਦੇ ਜਿੱਥੇ ਲੋਕਾਂ ਨੂੰ ਜ਼ਰੂਰਤ ਹੈ। ਇਹ ਨਹੀਂ ਹੈਗਾ ਕਿ ਜਿੱਥੇ ਤੁਹਾਡੀ ਚੱਲਦੀ ਹੈ। ਜਿਵੇਂ ਆਪਣੇ ਪੰਜਾਬ ਦੇ ਵਿੱਚ ਕਿੱਥੇ ਮੈਂ ਤਾਂ ਹੈਲਥ ਦਾ ਆਫਿਸਰ ਹੋਣ ਕਰਕੇ ਮੈਂ ਸਾਰਾ ਪੰਜਾਬ ਦੇਖਿਆ, 25 ਵਾਰੀ ਤਾਂ ਇਹਨਾਂ ਨੇ ਮੇਰੀਆਂ ਬਦਲੀਆਂ ਕੀਤੀਆਂ ਨੇ, ਔਰ ਕਈ ਥਾਵਾਂ 'ਤੇ ਉੱਥੇ ਡਿਸਪੈਂਸਰੀਜ਼ ਜਾਂ ਹਸਪੀਟਲ ਬਣਾਏ ਜਿੱਥੇ ਉਹਦੀ ਜ਼ਰੂਰਤ ਹੀ ਨਹੀਂ ਸੀ। ਸਿਮਿਲਰਲੀ ਇਹ ਮੈਂ ਨਹੀਂ ਕਹਾਂਗਾ ਕਿ ਇਹਦੀ ਜ਼ਰੂਰਤ ਨਹੀਂ ਪੈਣੀ, ਲੇਕਿਨ ਇਹਦੀ ਅੱਜ ਦੀ ਡੇਟ 'ਚ ਜ਼ਰੂਰਤ ਨਹੀਂ ਹੈ। ਮੁੱਦਾਨੀ ਸਾਹਿਬ, ਤੁਸੀਂ ਪੰਜਾਬ ਦੇ ਹੈਲਥ ਮਿਨਿਸਟਰ ਰਹੇ ਹੋਏ ਜੋ ਬਲਬੀਰ ਸਿੱਧੂ ਨੇ, ਉਹਨਾਂ ਦੇ ਉੱਪਰ ਆਰੋਪ ਲਗਾ ਰਹੇ ਹੋ ਕਿ ਉਹਨਾਂ ਨੇ ਬਹੁਤ ਸਾਰੇ ਉਹ ਕੰਮ ਕੀਤੇ ਜਿਹੜੇ ਉਹਨਾਂ ਨੂੰ ਨਹੀਂ ਸੀ ਕਰਨੇ ਚਾਹੀਦੇ, ਤੇ ਜਿਹੜੇ ਕਰਨੇ ਚਾਹੀਦੇ ਸੀ ਉਹ ਨਹੀਂ ਕੀਤੇ। ਉਹਨਾਂ ਵੱਲੋਂ ਤਾਂ ਦਾਅਵੇ ਕੀਤੇ ਜਾਂਦੇ ਰਹੇ ਕਿ ਉਹਨਾਂ ਨੇ ਬਹੁਤ ਵੱਡੇ ਆਪਣੀ ਸਰਕਾਰ ਦੇ ਦੌਰਾਨ ਕੰਮ ਕੀਤੇ। ਪੂਰੀ ਕਾਂਗਰਸ ਸਰਕਾਰ ਦੇ ਵੱਲੋਂ ਇਹ ਦਾਅਵੇ ਕੀਤੇ ਜਾਂਦੇ ਰਹੇ ਕਿ ਜੇਕਰ ਕੰਮ ਨਹੀਂ ਹੋਏ ਤਾਂ ਕੈਪਟਨ ਸਾਹਿਬ ਦੇ ਸਮੇਂ ਨਹੀਂ ਹੋਏ, ਕਿਉਂਕਿ ਉਹਨਾਂ ਦਾ ਆਰੋਪ ਸੀ ਕਿ ਕੈਪਟਨ ਸਾਹਿਬ ਤਾਂ BJP ਦੇ ਨਾਲ ਰਲੇ ਹੋਏ ਸੀ, ਇਸ ਕਰਕੇ ਪੰਜਾਬ ਦੇ ਵਿੱਚ ਬਹੁਤੇ ਕੰਮ ਨਹੀਂ ਹੋ ਸਕੇ। 4.5 ਸਾਲ ਉਹਨਾਂ ਨੇ ਸਰਕਾਰ ਚਲਾਈ, ਉਸ ਤੋਂ ਬਾਅਦ CM ਚੰਨੀ ਦੇ ਸਮੇਂ ਰਹਿੰਦੇ ਹੋਏ ਜਿਹੜੇ ਕੰਮ ਸੀ ਉਹ ਪੂਰੇ ਹੋ ਗਏ। ਪਰ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਹੈਲਥ ਮਿਨਿਸਟਰ ਰਹੇ ਉਹਨਾਂ ਦੇ ਸਮੇਂ ਬਹੁਤ ਕਮੀਆਂ ਰਹਿ ਗਈਆਂ। ਤੁਹਾਨੂੰ ਕਿਉਂ ਲੱਗਦਾ ਹੈ ਕਿ ਇਹ ਜਿਹੜੀਆਂ ਕਮੀਆਂ ਰਹਿ ਗਈਆਂ? ਤੁਸੀਂ ਦੇਖੋ ਨਾ, ਜਦੋਂ ਇਹ ਹੈਲਥ ਮਿਨਿਸਟਰ ਸਰਦਾਰ ਬਲਬੀਰ ਸਿੰਘ ਸਿੱਧੂ ਬਣਿਆ, ਇਹ ਜੂਨ 2019 'ਚ ਹੈਲਥ ਮਿਨਿਸਟਰ ਬਣਿਆ, ਸਭ ਤੋਂ ਪਹਿਲੇ ਆਰਡਰ ਜਿਹੜੇ ਹੈਗੇ ਇਹਨਾਂ ਨੇ ਕੀਤੇ ਕਿ ਕੋਈ ਡਿਪਾਰਟਮੈਂਟ ਦੇ ਕਿਸੇ ਵੀ ਦੇ ਵਿੱਚੋਂ ਕੋਈ ਵੀ ਬਦਲੀ ਜਿਹੜੀ ਮੇਰੇ ਆਰਡਰਾਂ ਤੋਂ ਕਰ ਰਹੀ, ਜਦੋਂ ਕਿ ਆਪਾਂ ਨੂੰ ਇਸ ਗੱਲ ਦਾ ਪਤਾ, ਇਹਨਾਂ ਨੂੰ ਆਪ ਕੋਟਾਂ ਵੀ ਭੁਗਤਣੀਆਂ ਪਈਆਂ ਕਿ ਮਿਨਿਸਟਰ ਦਾ ਕੰਮ ਨਹੀਂ ਹੁੰਦਾ ਬਦਲੀਆਂ ਕਰਨੀਆਂ ਜੀ। ਸੈਕੰਡ ਕੰਮ ਇਹਨਾਂ ਨੇ ਇਹ ਜਿਹੜਾ ਹੈਗਾ ਇਹ ਕੀਤਾ, ਉਸ ਦੇ ਵਿੱਚ
ਕਿ ਕਹਿੰਦੇ ਸੀ ਅਸੀਂ ਡਾਕਟਰਾਂ ਦੀ ਜਿਹੜੀ ਹੈਗੀ ਆ ਉਮਰ ਵਧਾਵਾਂਗੇ ਤੇ ਉਸ ਨੂੰ ਜ਼ਿਆਦਾ ਨੌਕਰੀ ਦਾ ਸਮਾਂ ਮਿਲੇਗਾ, ਉਹ ਨਹੀਂ ਕਰ ਪਾਏ। ਫਿਰ ਤੁਸੀਂ ਦੇਖੋ ਕਿ ਉਸੇ ਪੀਰੀਅਡ ਦੇ ਦੌਰਾਨ ਇਹਨਾਂ ਦੇ ਉੱਤੇ ਜਿਹੜੇ ਇਲਜ਼ਾਮ ਸਭ ਤੋਂ ਵੱਡੇ ਲੱਗੇ, ਜਿਹੜੀਆਂ ਟ੍ਰੈਮਾਡੋਲ ਵਾਲੀਆਂ ਗੋਲੀਆਂ ਸੀਗੀਆਂ ਜਾਂ ਜੋ ਜੀਭ ਥੱਲੇ ਰੱਖਣ ਵਾਲੀਆਂ ਬੁਪਰੀਨੋਰਮਲ ਵਾਲੀਆਂ ਗੋਲੀਆਂ ਸੀਗੀਆਂ, ਵੱਡੇ ਵੱਡੇ ਇਲਜ਼ਾਮ ਜਿਹੜੇ ਹੈਗੇ ਇਹਨਾਂ ਦੇ ਲੱਗੇ। ਇਹਨਾਂ ਨੇ 2019 ਤੋਂ ਲੈ ਕੇ ਤੇ 20 ਦੇ ਸਟਾਰਟ ਤੱਕ, ਜਦੋਂ ਤੱਕ ਕੋਵਿਡ ਨਹੀਂ ਹੋਈ, ਇਹਨਾਂ ਨੇ ਕੋਈ ਕੰਮ ਨਹੀਂ ਕੀਤਾ। ਸਿਰਫ ਤੇ ਸਿਰਫ ਇਹਨਾਂ ਦੇ ਉੱਤੇ ਗੋਲੀਆਂ ਵੇਚਣ ਦੇ ਇਲਜ਼ਾਮ ਲੱਗੇ ਤੇ ਲੋਕਾਂ ਦੀਆਂ ਬਦਲੀਆਂ ਕੀਤੀਆਂ ਨੇ। ਇਸ ਤੋਂ ਇਲਾਵਾ ਇਹਨਾਂ ਨੇ, ਇਸ ਕਰਕੇ ਮੈਂ ਇਹਨਾਂ ਨੂੰ ਬਦਲੀ ਮੰਤਰੀ ਕਹਿੰਦਾ ਹੁੰਦਾ ਸੀਗਾ। ਕੋਵਿਡ ਸਟਾਰਟ ਹੋਈ ਤੇ ਬਾਹਰ ਲਿਖ ਕੇ ਲਾ ਲਿਆ ਕਿ ਨੋ ਪਬਲਿਕ ਡੀਲਿੰਗ। ਜੇ ਹੈਲਥ ਮਿਨਿਸਟਰ ਹੀ ਆਪਣੇ ਆਪ ਨੂੰ ਲਿਖੇ ਕਿ ਨੋ ਪਬਲਿਕ ਡੀਲਿੰਗ, ਤੇ ਫਿਰ ਬਾਕੀ ਸਟਾਫ ਨੇ ਕਿੱਥੋਂ ਕਰਨਾ। ਫਿਰ ਕੋਵਿਡ ਸਟਾਰਟ ਹੋਣ ਦੇ ਉੱਤੇ ਇਹਨਾਂ ਤੇ ਮਾਸਕ ਦੇ ਇਲਜ਼ਾਮ ਲੱਗੇ ਕਿ ਇਹਨਾਂ ਨੇ ਬਲੈਕ ਮਾਰਕੀਟਿੰਗ ਹੋਈ, ਸੈਨੀਟਾਈਜ਼ਰਸ ਦੀ ਬਲੈਕ ਮਾਰਕੀਟਿੰਗ ਹੋਈ। ਫਿਰ ਇੱਕ ਮੈਂ ਤੁਹਾਨੂੰ ਹੋਰ ਵੱਡੀ ਗੱਲ ਕਹਾਂ ਕਿ ਇਹਨਾਂ ਨੇ ਕਈ ਟਨ ਜਿਹੜਾ ਹੈਗਾ ਕਰੋੜਾਂ ਰੁਪਏ ਦਾ ਜਿਹੜਾ ਉਹ ਸੋਡੀਅਮ ਹਾਈਪੋਕਲੋਰਾਈਡ ਜਿਹੜਾ ਹੈਗਾ ਸਪਰੇਅ ਕਰਨ ਵਾਲੀ ਗੱਲ ਸੀਗੀ, ਜਦੋਂ ਕਿ ਸਪਰੇਅ ਦਾ ਕੋਈ ਮੀਨਿੰਗ ਨਹੀਂ ਸੀਗਾ। ਇਹਨਾਂ ਨੇ ਤਾਂ ਇੱਕ ਡਰੋਨ ਦੇ ਰਾਹੀਂ ਲੋਕਾਂ ਦੇ ਸਿਰ 'ਚ ਵੀ ਪਾਇਆ। ਫਿਰ ਹੋਣਾ ਕੀ ਸੀਗਾ ਕਿ ਜਿਹੜੇ ਸਟਾਫ ਨੂੰ ਪ੍ਰੋਟੈਕਸ਼ਨ ਵਾਸਤੇ PPE ਕਿਟਸ ਦੇਣੀਆਂ ਸੀਗੀਆਂ, ਉਸ ਦਾ ਘੁਟਾਲਾ ਹੋਇਆ। ਔਰ ਰਣਦੀਪ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਭ ਤੋਂ ਵੱਡਾ ਘੁਟਾਲਾ ਦੋ ਮੇਨ ਜਿਹੜੇ ਆਕਸੀਜਨ ਇੱਕ ਜ਼ਰੂਰਤ ਹੁੰਦੀ ਹੈ, ਜਿਹੜੀ ਸੈਕੰਡ ਵੇਵ ਆਈ ਸੀ, ਇਹਨਾਂ ਨੇ ਮੇਰੇ ਵੱਲੋਂ ਰਿਕਾਰਡਡ ਸ਼ਿਕਾਇਤ ਕੀਤੀ ਗਈ ਚੀਫ ਮਿਨਿਸਟਰ ਨੂੰ ਵੀ, ਹੈਲਥ ਮਿਨਿਸਟਰ ਨੂੰ ਵੀ, ਸੈਕਟਰੀ ਨੂੰ ਵੀ ਮੈਨੇ ਤੁਸੀਂ ਲਿਖਿਆ 10 ਜਾਂ 11,000 ਦਾ ਸਿਲੰਡਰ ਜਿਹੜਾ ਸੀ ਉਹ 16,800 ਰੁਪਏ ਦਾ ਖਰੀਦਿਆ ਇਹਨਾਂ ਨੇ ਵਿੱਚ ਲਿਖੀ ਹੈ। ਫਿਰ ਵੈਕਸੀਨ ਆਈ, ਔਰ ਵੈਕਸੀਨ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਿਹੜੀ ਫ੍ਰੀ ਵੈਕਸੀਨ ਵੀ ਆਈ ਸੀ, ਉਹ ਵੈਕਸੀਨ ਇਹਨਾਂ ਨੇ ਪ੍ਰਾਈਵੇਟ ਵਾਲਿਆਂ ਨੂੰ ਜਿਹੜੀ ਹੈਗੀ ਵਿੱਚ। ਫਿਰ ਪੇਸ਼ੈਂਟ ਦੇ ਇਲਾਜ ਕਰਨਾ ਸੀਗਾ, ਉਹ ਫਤਿਹ ਕਿੱਟ ਜਿਹੜੀ ਹੈਗੀ ਉਹਨਾਂ ਨੇ ਬਣਾਈ, ਜਿਹੜੀ ਹੈਗੀ ਉਹਦਾ ਕਿੰਨਾ 700-800 ਤੋਂ ਲੈ ਕੇ ਫਿਰ ਇਹਨਾਂ 1300-1400-1500 ਤੱਕ ਜਿਹੜੀਆਂ ਹੈਗੀਆਂ ਉਸ ਨੂੰ ਵੇਚੀਆਂ ਜਿਹੜੀਆਂ ਹੈਗੀਆਂ। ਫਿਰ ਉਹ ਫਤਿਹ ਕਿੱਟ ਦੇ ਵਿੱਚ ਵੀ ਜਿਹੜਾ ਮਾਲ ਪਾਇਆ ਹੋਇਆ ਸੀਗਾ, ਜਿਹਦੇ 'ਚ ਇੱਕ ਪਲਸ ਆਕਸੀਮੀਟਰ ਸੀ, ਇੱਕ ਥਰਮਾਮੀਟਰ ਸੀਗਾ, ਮੈਡੀਸਿਨ ਸੀਗੀਆਂ, ਉਹ ਕਿਵੇਂ ਇਹਨਾਂ ਨੇ ਮਿਸਯੂਟੀਲਾਈਜ਼ ਜਿਹੜੀਆਂ ਹੈਗੀਆਂ ਨੇ ਕੀਤੀਆਂ। ਫਿਰ ਤੁਸੀਂ ਦੇਖੋ ਕਿ ਉੱਥੋਂ ਜਿਹੜਾ ਥੋੜ੍ਹਾ ਜਿਹਾ ਫੋਕਸ ਹਟਿਆ, ਜਦੋਂ ਸੈਕੰਡ ਵੇਵ ਖਤਮ ਹੋਈ ਵਿੱਚ ਜਿਹੜੀ ਹੈਗੀ ਆ, ਸਿੱਧਾ ਤਾਂ ਸਿੱਧਾ ਇਹਨਾਂ ਦਾ ਬਲੌਂਗੀ ਆਣ ਕੇ ਟਿਕ ਗਿਆ, ਜਿਹੜਾ ਹੈਗਾ ਕਿ ਜਿਹੜਾ ਕਹਿੰਦੇ ਸੀ ਗਊਸ਼ਾਲਾ ਬਣਾਉਣੀ ਹੈ ਤੇ ਕਿੰਨੀ ਵੱਡੀ ਜਿਹੜੀ ਹੈਗੀ ਉਹ ਜ਼ਮੀਨ ਜਿਹੜੀ ਹੈਗੀ ਉਸ ਦੇ ਕਬਜ਼ੇ ਕੀਤੇ। ਕਰੋਨਾ ਮਹਾਮਾਰੀ ਦੇ ਦੌਰਾਨ ਤੁਸੀਂ ਗਿਣਾ ਰਹੇ ਹੋ ਕਿ ਇਹ ਇੱਥੇ ਸਾਡੀ ਅਸਫਲਤਾ ਹੋਈ ਪੰਜਾਬ ਦੇ ਵਿੱਚ, ਜੋ ਹੈਲਥ ਮਿਨਿਸਟਰ ਨੇ ਉਹਨਾਂ ਦੇ ਵੱਲੋਂ ਜੋ ਕਮੀਆਂ ਰਹਿ ਗਈਆਂ ਉਹ ਗਿਣਾ ਰਹੇ ਹੋ। ਪਰ ਕਰੋਨਾ ਮਹਾਮਾਰੀ ਦੇ ਦੌਰਾਨ ਤਾਂ ਜੇਕਰ ਆਪਾਂ ਗੱਲ ਕਰੀਏ ਤਾਂ ਪੂਰੇ ਭਾਰਤ ਦੇ ਵਿੱਚ ਹੀ, ਭਾਰਤ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਹੀ ਬਹੁਤ ਸਾਰੀਆਂ ਜਾਨਾਂ ਚਲੀਆਂ ਗਈਆਂ, ਬਹੁਤ ਸਾਰੀਆਂ ਮਾਵਾਂ ਦੇ ਪੁੱਤ ਚਲੇ ਗਏ, ਮਾਵਾਂ ਚਲੀਆਂ ਗਈਆਂ, ਭੈਣਾਂ ਚਲੀਆਂ ਗਈਆਂ, ਭਰਾ ਚਲੇ ਗਏ, ਉਹਨਾਂ ਨੇ ਕਦੇ ਵਾਪਸ ਨਹੀਂ ਮੁੜਨਾ। ਤੁਹਾਨੂੰ ਕੀ ਲੱਗਦਾ ਹੈ ਕਿੱਥੇ ਕਿੱਥੇ ਅਸੀਂ ਆਪਣਾ ਬਚਾਓ ਕਰ ਸਕਦੇ ਸੀ, ਜਿਹੜਾ ਬਚਾਓ ਅਸੀਂ ਨਹੀਂ ਕਰ ਸਕੇ? ਦੇਖੋ, ਉਹਦੇ 'ਚ ਜਿਹੜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਦਾ ਜਿਹੜਾ ਡੈਥ ਰੇਟ ਸੀ ਨਾ ਕਰੋਨਾ ਦੇ ਦੌਰਾਨ, ਉਹ ਸਾਰੇ ਇੰਡੀਆ ਨਾਲੋਂ ਡਬਲ ਸੀ। ਭਾਵੇਂ ਇਹ ਮੰਨਿਆ ਗਿਆ ਸੀਗਾ ਕਿ ਪੰਜਾਬ ਦੇ ਵਿੱਚ ਨਾ ਕੁਝ ਹੋਰ ਬਿਮਾਰੀਆਂ ਵੀ ਇਸ ਤਰ੍ਹਾਂ ਹੈਗੀਆਂ ਨੇ, ਜਿਵੇਂ ਆਪਾਂ ਕਹਿੰਦੇ ਸੀ ਜਿਹਦੇ 'ਚ ਕੋਮੋਰਬਿਡਿਟੀ ਹੁੰਦੀ ਸੀ, ਜਿਹਦੇ 'ਚ ਆਪਾਂ ਹਾਈ ਬਲੱਡ ਪ੍ਰੈਸ਼ਰ ਦੀ ਗੱਲ ਕਰਦੇ ਸੀ, ਸ਼ੂਗਰ ਦੀ ਗੱਲ ਕਰਦੇ ਸੀ, ਕੈਂਸਰ ਦੀ ਗੱਲ ਕਰਦੇ, ਜਾਂ ਹੋਰ ਜਿਹਦੇ 'ਚ HIV AIDS ਦੀ ਗੱਲ ਕਰਦੇ ਹਾਂ, TB ਦੀ ਗੱਲ ਕਰਦੇ ਹਾਂ, ਜਿਸ ਬੋਡੀ ਦਾ ਇਮਿਊਨਿਟੀ ਘਟੀ ਹੁੰਦੀ ਹੈ। ਲੇਕਿਨ ਜਿਹੜੀ ਮਿਸਮੈਨੇਜਮੈਂਟ ਹੋਈ ਹੈ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਜਿਹੜੀ ਸਰਕਾਰ ਦੇ ਜੋ ਸਮਾਨ ਖਰੀਦਣਾ ਸੀਗਾ ਉਹਦੇ 'ਚ ਘਪਲੇਬਾਜ਼ੀ, ਜਿਹੜੀਆਂ ਦਵਾਈ ਖਰੀਦਣੀ ਸੀ ਉਹਦੇ 'ਚ ਘਪਲੇਬਾਜ਼ੀ, ਜਿਹੜੀ ਪ੍ਰੋਟੈਕਸ਼ਨ ਕਿਟਸ ਖਰੀਦਣੀਆਂ ਸੀ ਉਹਦੇ 'ਚ ਘਪਲੇਬਾਜ਼ੀ, ਤੇ ਜਿਹੜੀ ਵੈਕਸੀਨ ਵਰਤੀ ਜਾਣੀ ਸੀ ਉਹਦੇ 'ਚ ਘਪਲੇਬਾਜ਼ੀ। ਇਹਨਾਂ ਗੱਲਾਂ ਤੋਂ ਇਹ ਬਲਵੀਰ ਸਿੰਘ ਸਿੱਧੂ ਮੁੱਕਰ ਨਹੀਂ ਸਕਦੇ। ਔਰ ਉਸ ਤੋਂ ਵੱਡਾ ਇੱਕ ਜਿਹੜਾ ਹੈਗਾ, ਜਿਨ੍ਹਾਂ ਲੋਕਾਂ ਨੇ ਕੰਮ ਕਰਨਾ ਸੀਗਾ, ਸਾਰਾ ਸਟਾਫ ਤਾਂ ਜਿਹੜਾ ਹੈਗਾ ਉਹ ਸੜਕਾਂ 'ਤੇ ਬੈਠਾ ਹੋਇਆ ਸੀਗਾ, ਇਹਨਾਂ ਨੇ ਇੱਕ ਵੀ ਕਮਿਟਮੈਂਟ ਪੂਰੀ ਨਹੀਂ ਕੀਤੀ ਕਿਸੇ ਵੀ ਸਟਾਫ ਦੇ ਨਾਲ। ਸਟਾਫ ਸਾਡਾ ਜਿਹੜਾ ਹੈਗਾ ਕੋਡ ਲੱਗਣ ਤੋਂ ਬਾਅਦ ਹੈਲਥ ਡਿਪਾਰਟਮੈਂਟ ਦਾ ਸਟਾਫ ਜਿਹੜਾ ਹੈਗਾ ਉਹ ਵਾਪਸ ਆਪਣੇ ਘਰ ਗਿਆ, ਨਹੀਂ ਤਾਂ ਅਜੇ ਤੱਕ ਵੀ ਉੱਥੇ ਪਿੱਟ ਸਿਆਪਾ। ਬਹੁਤ ਸਾਰੀਆਂ ਸਟਾਫ ਨਰਸਾਂ ਧਰਨੇ ਪ੍ਰਦਰਸ਼ਨ ਵੀ ਕਰਦੀਆਂ ਰਹੀਆਂ ਕਿ ਉਹਨਾਂ ਨੂੰ ਪੱਕੇ ਕੀਤਾ ਜਾਏ, ਜਾਂ ਉਹਨਾਂ ਦੇ ਨਾਲ ਕਰੋਨਾ ਮਹਾਮਾਰੀ ਤੋਂ ਪਹਿਲਾਂ ਜਿਹੜੇ ਵਾਅਦੇ ਕੀਤੇ ਸਨ ਉਹ ਵਾਅਦੇ ਪੂਰੇ ਕੀਤੇ ਜਾਣ। ਇਹਨਾਂ ਨੇ ਬਹੁਤ ਸਾਰੇ ਥਾਵਾਂ ਤੇ ਵਾਅਦੇ ਕੀਤੇ, ਲੇਕਿਨ ਇੱਕ ਵੀ ਵਾਅਦਾ ਨਹੀਂ ਪੂਰਾ ਕੀਤਾ। ਮੇਰਾ ਕਹਿਣ ਦਾ ਮਤਲਬ, ਤੁਸੀਂ ਡਿਪਾਰਟਮੈਂਟ ਵਿੱਚ ਨਵੀਂ ਚੀਜ਼ ਕੋਈ ਨਹੀਂ ਬਣਾਈ, ਬਣੀ ਹੋਈਆਂ ਚੀਜ਼ਾਂ ਨੂੰ ਤੁਸੀਂ ਵੇਚਿਆ, ਦਵਾਈਆਂ ਤੁਸੀਂ ਗਲਤ ਢੰਗ ਨਾਲ ਖਰੀਦੀਆਂ, ਸਟਾਫ ਨੂੰ ਤੁਸੀਂ ਸੈਟੀਸਫਾਈ ਨਹੀਂ ਕੀਤਾ, ਉਹ ਸੜਕਾਂ ਦੇ ਉੱਤੇ ਬੈਠੇ ਰਹੇ। ਵੈਕਸੀਨ ਆਣੀ ਸੀ, ਵੈਕਸੀਨ ਤੁਸੀਂ ਜਿਹੜੀ ਹੈਗੀ ਹੈ ਗਲਤ ਢੰਗ ਨਾਲ ਵੇਚੀ। ਤੁਸੀਂ ਕੀਤਾ ਕੀ ਹੈ ਹੈਲਥ ਡਿਪਾਰਟਮੈਂਟ? ਔਰ ਮੈਂ ਤੁਹਾਨੂੰ ਇੱਕ ਲਿਖਿਆ ਕਿ ਇਸੇ ਕਰਕੇ ਡਿਊਰਿੰਗ ਕੋਵਿਡ ਮੇਰੀਆਂ ਬਹੁਤ ਸਾਰੀਆਂ ਡਿਸਕਸ਼ਨਸ ਕੋਵਿਡ 'ਤੇ ਹੋਈਆਂ ਨੇ। ਉਸ ਟਾਈਮ ਦੇ ਉੱਤੇ ਮੈਂ ਇਹਨਾਂ ਨੂੰ ਕਹਿੰਦਾ ਸੀ ਇਹ ਬਦਲੀ ਮੰਤਰੀ ਹੈ। ਜਦੋਂ ਇਹਨਾਂ ਨੇ ਵੈਕਸੀਨ ਵੀ ਵੇਚ ਲਈ ਔਰ ਸਟਾਫ ਨੂੰ ਵੀ ਕੁਛ ਨਹੀਂ ਦਿੱਤਾ, ਉਸ ਤੋਂ ਬਾਅਦ ਫਿਰ ਮੈਂ ਇਹਨਾਂ ਨੂੰ ਸਿਹਤ ਵਿਗਾੜ ਮੰਤਰੀ ਕਹਿੰਦਾ ਸੀਗਾ। ਅੱਜ ਦੀ ਡੇਟ ਦੇ ਵਿੱਚ ਇਹ ਪ੍ਰੂਵ ਕਰ ਦੇਣ, ਮੈਂ ਸਾਰਿਆਂ ਦੇ ਸਾਹਮਣੇ ਓਪਨ ਚੈਲੰਜ ਕਰਦਾ ਕਿ ਬਲਵੀਰ ਸਿੰਘ ਸਿੱਧੂ ਕਿਸੇ ਵੀ ਸਟੇਜ 'ਤੇ ਆ ਕੇ ਇਹ ਪ੍ਰੂਵ ਕਰ ਦੇਣ ਕਿ ਹੈਲਥ ਡਿਪਾਰਟਮੈਂਟ ਵਾਸਤੇ ਉਹਨਾਂ ਨੇ ਕੀਤਾ ਕੀ ਹੈ, ਜਾਂ ਇਹੀ ਕਿਤੇ ਕਹਿ ਦੇਣ ਕਿ ਜੇ 3 ਵਾਰੀ MLA ਬਣ ਚੁੱਕੇ, ਤੀਜੀ ਵਾਰੀ ਹੁਣ ਮਿਨਿਸਟਰ ਬਣਿਆ, ਪਿਛਲੇ ਕਿਸੇ ਸਿਸਟਮ ਦੇ ਦੌਰਾਨ ਕਹਿ ਦੇਣ ਕਿ ਉਹਨਾਂ ਨੇ ਹੈਲਥ ਵਾਸਤੇ ਕੀਤਾ। ਕਿਸੇ ਹੈਲਥ ਛੱਡ ਦਿਓ, ਤੁਸੀਂ ਐਜੂਕੇਸ਼ਨ ਵਾਸਤੇ ਕੀ ਕੀਤਾ ਉਹ ਵੀ ਛੱਡ ਦਿਓ, ਤੁਸੀਂ ਕੋਈ ਸੋਸ਼ਲ ਮੂਵਮੈਂਟ ਦੇ ਵਿੱਚ ਪਾਰਟੀਸਪੇਟ ਕੀਤਾ ਉਹ ਵੀ ਛੱਡ ਦਿਓ। ਤੁਸੀਂ ਤੁਹਾਡੇ ਦੇ ਨਾਂ ਦੇ ਉੱਤੇ ਤਾਂ ਸਾਰੀ ਦੀ ਸਾਰੀ ਕਰਪਸ਼ਨ ਹੀ ਲੱਗੀ ਹੈ। ਬਲਵੀਰ ਸਿੰਘ ਸਿੱਧੂ ਕਰਪਟ ਮੰਤਰੀ ਰਿਹਾ,
ਨਿਕੰਮਾ ਮੰਤਰੀ ਰਿਹਾ ਔਰ ਜਿਵੇਂ ਆਪਾਂ ਕਹੀਏ ਕਿ ਗੁੰਡਾਗਰਦੀ ਜਿਹੜੀ ਆਪਾਂ ਦੇਖੀ ਹੈ ਇਲੈਕਸ਼ਨਾਂ ਹੋਈਆਂ ਐਮਸੀ ਦੀਆਂ ਇਲੈਕਸ਼ਨ ਦੇ ਵਿੱਚ, ਦੁਬਾਰਾ ਇਲੈਕਸ਼ਨ ਕਿਉਂ ਹੋਈ? ਇਸੇ ਕਰਕੇ ਹੋਈ ਸੀ। ਮੈਂ ਤਾਂ ਉਹ ਸਾਰੀ ਗੁੰਡਾਗਰਦੀ ਨੂੰ ਆਪਣੇ ਹੱਥ ਤੋਂ ਉੱਤੇ ਹਟਾਇਆ, ਕਿਉਂਕਿ 10 ਪੇਜ ਜਿਹੜਾ 10 ਨੰਬਰ ਵਾਰਡ ਸੀਗੀ, ਮੈਂ ਵੀ ਉਸੇ ਦਾ ਹੀ ਜਿਹੜਾ ਹੈਗਾ ਵੋਟਰ ਸੀਗਾ। ਸਵੇਰੇ 8:15 ਵਜੇ ਸ਼ੁਰੂ ਹੋ ਗਿਆ ਸੀਗਾ। ਅਸੀਂ ਜ਼ੋਰ ਲਾ ਲਿਆ, ਸਾਰੀ ਪੁਲਿਸ ਜਿਹੜੀ ਸੀਗੀ ਇਹਨਾਂ ਨੇ ਆਪਣੇ ਹੱਥ 'ਚ ਕੀਤੀ ਹੋਈ ਸੀ। ਹੈਲਥ ਮਿਨਿਸਟਰ ਹੋਣ ਦੇ ਨਾਤੇ ਵੀ ਇਹ ਬੰਦੇ ਜਿਹੜਾ ਹੈਗਾ ਬਲਵੀਰ ਸਿੰਘ ਸਿੱਧੂ 4 ਤੇ 5 ਵਾਰੀ ਡਾਕਟਰ ਸਾਹਿਬ ਘੰਟੇ ਜਿਹੜਾ ਉੱਥੇ ਪੋਲਿੰਗ ਬੂਥ ਦੇ ਉੱਤੇ ਖੜਾ ਰਿਹਾ। ਅੱਜ ਮੋਹਾਲੀ ਦੇ ਵੋਟਰਸ ਨੂੰ ਇਹ ਗੱਲ ਨੂੰ ਸਮਝ ਲੈਣਾ ਚਾਹੀਦਾ। ਉਦੋਂ ਹੀ ਸਾਰਾ ਕੁਝ ਸਾਹਮਣੇ ਲਾਈਵ ਟੈਲੀਕਾਸਟ ਹੋਇਆ ਕਿ ਹੈਲਥ ਇੱਕ ਮਿਨਿਸਟਰ ਜਿਹੜਾ 3 ਵਾਰੀ ਐਮਐਲਏ ਰਹਿ ਚੁੱਕਿਆ ਹੋਵੇ, ਤੀਜੀ ਵਾਰੀ ਉਹ ਮਿਨਿਸਟਰ ਬਣਿਆ ਹੋਵੇ ਔਰ ਪੋਲਿੰਗ ਬੂਥ ਦੇ ਉੱਤੇ ਆਪ ਖੜਾ ਹੋਵੇ, ਅੰਦਰ ਵੜਦਾ ਹੋਵੇ, ਉਸ ਨੂੰ ਆਪਾਂ ਕਿਵੇਂ ਕਹਿ ਸਕਦੇ ਹਾਂ ਕਿ ਉਹ ਡੈਮੋਕ੍ਰੈਟਿਕ ਹੈ? ਉਸ ਨੂੰ ਕਿਵੇਂ ਕਹਿ ਸਕਦੇ ਹਾਂ ਕਿ ਉਹ ਲੋਕਾਂ ਦਾ ਲੀਡਰ ਹੈ? ਅੱਜ ਪੰਜਾਬ ਹੋਵੇ ਜਾਂ ਮੋਹਾਲੀ, ਲੋਕਾਂ ਨੂੰ ਇਸ ਗੱਲ ਬਾਰੇ ਸੋਚਣਾ ਪਏਗਾ ਕਿ ਇਸ ਤਰ੍ਹਾਂ ਦੇ ਲੀਡਰ ਨੂੰ ਅਗਰ ਅਸੀਂ ਫਿਰ ਅੱਜ ਜਿਹੜੀ ਹੈਗੀ ਇਲੈਕਸ਼ਨ ਹੋ ਰਹੀ ਹੈ ਅਸੀਂ ਜਿਤਾਉਂਦੇ ਹਾਂ, ਉਹ ਲੀਡਰ ਜਿਹਨੂੰ ਇਹਨਾਂ ਦੀ ਆਪਣੀ ਸਰਕਾਰ ਨੇ ਬਾਹਰ ਕੱਢ ਦਿੱਤਾ, ਇਹਨਾਂ 'ਤੇ ਜੋ ਐਲੀਗੇਸ਼ਨ ਲੱਗਿਆ ਉਹ ਕਰਪਸ਼ਨ ਦਾ ਐਲੀਗੇਸ਼ਨ ਹੀ ਲੱਗਿਆ ਸੀਗਾ, ਇਸੇ ਕਰਕੇ ਹੀ ਇਹਨਾਂ ਨੂੰ ਮਿਨਿਸਟਰੀ ਤੋਂ ਹਟਾਇਆ ਗਿਆ ਵਿੱਚ ਜਿਹੜੀ ਹੈਗੀ। ਅੱਜ ਜ਼ਰੂਰਤ ਹੈਗੀ ਹੈ, ਜਿੱਥੇ ਤੁਸੀਂ ਗੱਲ ਕੀਤੀ ਸੀ ਲੀਡਰਾਂ ਦੀ ਗੱਲ ਕੀਤੀ ਸੀ, ਮੈਂ ਵੋਟਰਾਂ ਦੀ ਵੀ ਗੱਲ ਕੀਤੀ ਸੀ। ਮੈਂ ਅੱਜ ਫਿਰ ਮੋਹਾਲੀ ਦੇ ਵੋਟਰਾਂ ਨੂੰ ਇਹੀ ਗੱਲ ਕਹਾਂਗਾ ਕਿ ਬਲਵੀਰ ਸਿੰਘ ਸਿੱਧੂ ਇਨ ਪਾਰਟਿਕੂਲਰ, ਜਦੋਂ ਆਪਾਂ ਮੋਹਾਲੀ ਦੀ ਗੱਲ ਕਰਨੀ ਹੈ, ਲੇਕਿਨ 4.5 ਸਾਲ 5 ਸਾਲ 5ਵਾਂ ਸਾਲ ਵੀ ਪੂਰਾ ਹੋਣ ਲੱਗਾ, ਇੱਕ ਇੱਟ ਨਹੀਂ ਲੱਗੀ ਹੈਲਥ ਦੇ ਡਿਪਾਰਟਮੈਂਟ ਦੇ ਖਾਤੇ ਦੇ ਵਿੱਚ, ਇੱਟ ਨਹੀਂ ਲੱਗੀ ਤੁਹਾਡਾ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਦੇ ਖਾਤੇ ਦੇ ਵਿੱਚ। ਸਮਾਰਟ ਸਕੂਲ ਬਣਾਏ ਜਾ ਰਹੇ ਨੇ ਔਰ ਸਮਾਰਟ ਸਕੂਲ ਪਤਾ ਕੀ ਹੈ, ਇੱਕ ਲਾਲ ਰੰਗ ਕੀਤਾ ਹੋਇਆ। ਜਿਸ ਸਕੂਲ ਦੇ ਵਿੱਚ ਸਾਫ਼ ਪਾਣੀ ਨਹੀਂ ਹੈ, ਜਿਸ ਸਕੂਲ ਦੇ ਵਿੱਚ ਸਾਫ਼ ਹਵਾ ਨਹੀਂ ਹੈ, ਜਿਸ ਸਕੂਲ ਦੇ ਵਿੱਚ ਬਿਜਲੀ ਦਾ ਪ੍ਰਬੰਧ ਨਹੀਂ ਹੈ, ਜਿਸ ਸਕੂਲ ਦੇ ਵਿੱਚ ਪੂਰੇ ਟੀਚਰਸ ਨਹੀਂ ਹੈ, ਉਸ ਨੂੰ ਤੁਸੀਂ ਸਮਾਰਟ ਸਕੂਲ ਕਿਸ ਤਰ੍ਹਾਂ? ਡਾਕਟਰ ਸਾਹਿਬ ਤੁਸੀਂ ਇਕੱਲੇ ਮੋਹਾਲੀ ਦੀ ਗੱਲ ਕਰ ਰਹੇ ਹੋ, ਮੈਂ ਪੂਰੇ ਪੰਜਾਬ ਦੀ ਵੀ ਗੱਲ ਕਰਦਾ ਹਾਂ। ਮੋਹਾਲੀ ਦੇ ਵਿੱਚ 3 ਵਾਰ ਐਮਐਲਏ ਰਹੇ, ਮੰਤਰੀ ਵੀ ਰਹੇ ਬਲਬੀਰ ਸਿੰਘ ਸਿੱਧੂ, ਉਹਨਾਂ ਦੇ ਉੱਪਰ ਤੁਸੀਂ ਤਿੱਖੇ ਨਿਸ਼ਾਨੇ ਸਾਧੇ ਨੇ। ਇਹ ਕਿਹਾ ਹੈ ਕਿ ਉਹ ਕਰਪਟ ਮੰਤਰੀ ਰਹੇ, ਉਹ ਬਦਲੀਆਂ ਹੀ ਕਰਾਉਂਦੇ ਰਹੇ ਜਾਂ ਉਹਨਾਂ ਨੇ ਉਸ ਹਿਸਾਬ ਨਾਲ ਕੰਮ ਨਹੀਂ ਕੀਤਾ। ਕਾਂਗਰਸ ਸਰਕਾਰ ਰਹੀ 5 ਸਾਲਾਂ ਦੇ ਵਿੱਚ, ਸਮੁੱਚੀ ਕਾਂਗਰਸ ਦੀ ਜਿਹੜੀ ਸਰਕਾਰ ਰਹੀ ਉਸ ਦੀ ਕਾਰਗੁਜ਼ਾਰੀ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਪੂਰੇ ਪੰਜਾਬ ਦੀ ਜਦੋਂ ਗੱਲ ਕਰੀਏ, ਸਿੱਖਿਆ ਸਭ ਤੋਂ ਵੱਡੀ ਗੱਲ ਹੈ, ਸਿਹਤ ਸਭ ਤੋਂ ਵੱਡੀ ਗੱਲ ਹੈ, ਉਸ ਤੋਂ ਇਲਾਵਾ ਬੇਰੁਜ਼ਗਾਰੀ ਹੈ, ਸਾਡੇ ਬੱਚੇ ਬਾਹਰ ਨੂੰ ਜਾ ਰਹੇ ਹਨ। ਜ਼ੀਰੋ। ਇਹਨਾਂ ਦੀ ਕੰਟਰੀਬਿਊਸ਼ਨ ਜਿਹੜੀ ਪਿਛਲੀ ਸਰਕਾਰ ਜਿਹੜੀ ਕਾਂਗਰਸ ਦੀ ਸਰਕਾਰ ਰਹੀ ਹੈ ਉਹਦੀ ਕੰਟਰੀਬਿਊਸ਼ਨ ਜ਼ੀਰੋ ਹੈ, ਕਿਸੇ ਵੀ ਖਾਤੇ 'ਚ ਨਹੀਂ, ਐਕਸੈਪਟ ਕਿ ਕਰਪਸ਼ਨ 'ਚੋਂ ਨੰਬਰ 1 ਆ ਗਏ ਬਸ। ਅਦਰਵਾਈਜ਼ ਚਾਹੇ ਉਹ ਹੈਲਥ ਦੀ ਆਪਾਂ ਗੱਲ ਕਰੀਏ, ਕੋਈ ਫੈਸਿਲਿਟੀ ਇੰਪਰੂਵ ਨਹੀਂ ਹੋਈ। ਐਜੂਕੇਸ਼ਨ ਦੀ ਗੱਲ ਕਰੀਏ, ਕੋਈ ਫੈਸਿਲਿਟੀ ਇੰਪਰੂਵ ਨਹੀਂ, ਸਿਰਫ ਮੈਂ ਤੁਹਾਨੂੰ ਦੱਸਿਆ ਲਾਲ ਚਿੱਟੇ ਰੰਗ ਕਰਨਾ ਜਿਹੜਾ ਹੈਗਾ, ਕੋਈ ਇੰਪਰੂਵਮੈਂਟ ਨਹੀਂ ਹੈ। ਕਿੰਨੇ ਇਹਨਾਂ ਦੇ ਟੀਚਰ ਭਰਤੀ ਕੀਤੇ, ਕਿੰਨਿਆਂ ਨੂੰ ਪੋਲੂਸ਼ਨ ਫਰੀ ਬਣਾਇਆ ਤੁਸੀਂ ਸਕੂਲਾਂ ਨੂੰ, ਕਿੰਨਿਆਂ ਦੇ ਵਿੱਚ ਤੁਸੀਂ ਬਿਜਲੀ ਪਾਣੀ ਦਾ ਪ੍ਰਬੰਧ ਕੀਤਾ, ਵਿੱਚ ਜਿਹੜੀ ਹੈਗੀ ਜ਼ੀਰੋ ਆਏਗਾ, ਵਿੱਚ ਜਿਹੜੀ ਹੈਗੀ ਵੱਡੀ ਜ਼ੀਰੋ ਲੱਗੇਗੀ। ਉਸ ਦੇ ਨਾਲ ਰੁਜ਼ਗਾਰ ਆਪਾਂ ਸਾਰਿਆਂ ਨੂੰ ਪਤਾ ਜੋ ਕੁਛ ਜਿਹੜਾ ਹੈਗਾ ਸਾਡੇ ਡਿਪਾਰਟਮੈਂਟ 'ਤੇ ਜੇ ਕੋਈ ਭਰਤੀ ਇਹਨਾਂ ਨੇ ਵੈਸੇ ਤਾਂ ਕੀਤੀ ਕੋਈ ਨਹੀਂ, ਜਿਹੜੀ ਕੀਤੀ ਸੀ ਉਹ ਇਲੀਗਲ ਸੀਗੀ, ਉਹ ਕੋਰਟ ਦੇ ਵਿੱਚ ਪਈ ਹੈ ਜਿਹੜੀ ਹੈਗੀ। ਸਾਡੀਆਂ ਇਹ ਜਿਹੜਾ ਵੱਡਾ ਇਲਜ਼ਾਮ ਜਿਹੜੇ ਲਾਉਂਦੇ ਸੀ ਨਾ, ਨਾਅਰੇ ਲਾਉਂਦੇ ਸੀਗੇ ਕਿ ਬੇਟੀ ਪੜ੍ਹਾਓ ਬੇਟੀ ਬਚਾਓ, ਬੇਟੀ ਬਚਾਓ ਬੇਟੀ ਪੜ੍ਹਾਓ। ਮੈਂ ਹਮੇਸ਼ਾ ਕਹਿੰਦਾ ਸੀ ਜਿਹੜੀਆਂ ਪੜ੍ਹੀਆਂ ਨਹੀਂ ਉਹ ਤਾਂ ਸੜਕਾਂ 'ਤੇ ਬੈਠੀਆਂ ਨੇ, ਉਹ ਟੈਂਕੀਆਂ 'ਤੇ ਚੜੀਆਂ ਬੈਠੀਆਂ ਆਪਣੀਆਂ ਬੇਟੀਆਂ ਭੈਣਾਂ। ਆਪਾਂ ਕਿਵੇਂ ਕਹਿ ਸਕਦੇ ਹਾਂ ਕਿ ਇਹ ਜਿਹੜਾ ਹੈਗਾ ਇਹਨਾਂ ਨੇ ਰੁਜ਼ਗਾਰ ਦਿੱਤਾ? ਇਹਨਾਂ ਨੇ ਕੋਈ ਰੁਜ਼ਗਾਰ ਵਾਲੀ ਗੱਲ ਨਹੀਂ। ਮੈਂ ਇੱਕ ਤੁਹਾਨੂੰ ਨਾ ਹੋਰ ਛੋਟੀ ਜਿਹੀ ਐਡ ਅਪ ਕਰਾਂਗਾ ਇਸ ਦੇ ਵਿੱਚ ਕਿ ਜਿੱਥੇ ਡੈਮੋਕ੍ਰੇਸੀ ਨੂੰ ਇੰਪਰੂਵ ਕਰਨਾ ਸੀਗਾ, ਇਹਨਾਂ ਨੂੰ ਤਾਂ ਮੇਰੇ ਹਿਸਾਬ ਨਾਲ ਤਾਂ ਇਹਨਾਂ ਨੂੰ ਪਤਾ ਨਹੀਂ। ਇੱਕ ਨਾ 1 ਸਟਾਪ ਸੈਂਟਰ ਹੁੰਦੇ ਆ ਹਰ ਡਿਸਟ੍ਰਿਕਟ ਹਸਪੀਟਲ ਦੇ ਨਾਲ, ਇੱਕ 1 ਸਟਾਪ ਸੈਂਟਰ ਹੁੰਦਾ ਹੈ ਜਿੱਥੇ ਲੇਡੀਜ਼ ਨੂੰ, ਚਾਹੇ ਉਹ ਕਿਸੇ ਵੀ ਏਜ ਗਰੁੱਪ ਦੇ ਵਿੱਚ, ਪਬਲਿਕ 'ਚ ਹੋਵੇ, ਡੋਮੈਸਟਿਕ ਵਾਇਲੈਂਸ ਹੋਵੇ, ਵਰਕ ਪਲੇਸ 'ਤੇ ਵਾਇਲੈਂਸ ਹੋਵੇ, ਉੱਥੇ ਜਿਹੜਾ 1 ਸਟਾਪ ਸੈਂਟਰ ਹੈ ਉਹਦੇ 'ਚ ਇੱਕ ਵਕੀਲ, ਕਾਉਂਸਲਰ, ਦੂਸਰੇ ਕੁਝ ਬੰਦੇ ਜਿਹੜੇ ਹੈਗੇ ਨੇ, ਉਹ ਇੱਕ ਪੂਰਾ ਸੈਂਟਰ ਬਣਨਾ ਸੀਗਾ। ਮੇਰੀ ਆਰਟੀਏ ਦੀ ਇਨਫੋਰਮੇਸ਼ਨ ਕਹਿੰਦੀ ਹੈ ਕਿ ਇਹਨਾਂ ਨੇ ਜਿਹੜੇ 22 ਦੇ ਵਿੱਚੋਂ 8 ਬਣਾਏ ਔਰ ਚਾਲੂ ਤਾਂ ਮੈਨੂੰ ਲੱਗਦਾ ਸ਼ਾਇਦ ਇਹਨਾਂ ਦਾ ਜ਼ਿਕਰ ਉਹਦੇ 'ਚ ਤਾਂ ਲਿਖਿਆ ਆਇਆ ਸੀਗਾ, ਚਾਲੂ ਕੋਈ ਨਹੀਂ। ਉਹਦੇ 'ਚ ਨਾਲ ਦੂਸਰਾ ਵੀ ਹੈ, ਸੈਂਟਰ ਗਵਰਨਮੈਂਟ ਦਾ ਪੈਸਾ 2015 ਦੀ ਸਕੀਮ 80% ਸਿਰਫ ਪੈਸੇ ਖਰਚ ਕੀਤੇ ਨੇ। ਜਿਹੜੀ ਸਰਕਾਰ ਦੇ ਕੋਲ ਪੈਸੇ ਆਏ ਹੋਏ ਉਹ ਖਰਚ ਨਹੀਂ ਕਰ ਸਕੀ। ਉਸ ਨੂੰ ਆਪਾਂ ਕਿਵੇਂ, ਜਿਹੜਾ NHM ਜਿਹੜਾ ਆਪਣਾ ਨੈਸ਼ਨਲ ਹੈਲਥ ਮਿਸ਼ਨ ਹੈ, ਉਹਦੇ 'ਚ ਇਹ ਇੰਨੇ ਕੁ ਘਪਲੇ ਕਰਦੇ ਆ ਕਿ ਮੈਂ ਹਮੇਸ਼ਾ ਇੱਕ ਗੱਲ ਵਰਡ ਯੂਜ਼ ਕਰਦਾ ਨਾ ਕਿ ਨੈਸ਼ਨਲ ਹੈਲਥ ਮਿਸ਼ਨ, ਪੰਜਾਬ ਗਵਰਨਮੈਂਟ ਹੈਲਥ ਡਿਪਾਰਟਮੈਂਟ ਮਾਈਨਸ ਨੈਸ਼ਨਲ ਹੈਲਥ ਮਿਸ਼ਨ ਇਜ਼ ਇਕੁਅਲ ਟੂ 0। ਇਹ ਇਹਨਾਂ ਦੀ ਕੰਟਰੀਬਿਊਸ਼ਨ ਹੈ ਹੈਲਥ ਡਿਪਾਰਟਮੈਂਟ ਦੇ ਪ੍ਰਤੀ, ਰਿਕਾਰਡਡ ਹੀ ਹੈ ਇਹ, ਕੋਈ ਮੈਂ ਨਹੀਂ ਕਹਿ ਰਿਹਾ ਵਿੱਚੋਂ ਬਣੀ ਸਾਰਾ ਕੁਝ ਰਿਕਾਰਡ 'ਚ ਜਾਂ ਹੈਲਥ ਮਿਨਿਸਟਰ ਸਾਹਮਣੇ ਆ ਕੇ। ਫਿਰ ਇਸ ਮੌਕੇ ਤੇ ਜਦੋਂ ਹੁਣ ਲੋਕਾਂ ਨੇ ਸਰਕਾਰ ਚੁਣਨੀ ਹੈ, ਨਵੇਂ ਮੰਤਰੀ ਬਣਨਗੇ, ਨਵਾਂ CM ਹੋਏਗਾ ਪੰਜਾਬ ਦਾ, ਨਵੀਂ ਸਰਕਾਰ ਹੋਏਗੀ, ਨਵੀਂ ਸਰਕਾਰ ਤੋਂ ਬਹੁਤ ਸਾਰੀਆਂ ਜ਼ਾਹਰ ਹੈ ਉਮੀਦਾਂ ਵੀ ਹੁੰਦੀਆਂ ਨੇ ਕਿ ਸ਼ਾਇਦ ਜਿਹੜੀ ਅਸੀਂ ਸਰਕਾਰ ਚੁਣਨ ਜਾ ਰਹੇ ਹਾਂ ਉਹ ਪੰਜਾਬ ਦਾ ਭਵਿੱਖ ਕੁਝ ਸਵਾਰ ਸਕੇ। ਸਾਰੀਆਂ ਰਾਜਨੀਤਿਕ ਪਾਰਟੀਆਂ ਕਹਿ ਵੀ ਰਹੀਆਂ ਨੇ ਕਿ ਪੰਜਾਬ ਡੁੱਬ ਗਿਆ ਜੀ, ਪੰਜਾਬ ਸੁਧਾਰਨ ਵਾਲਾ ਹੈ ਜੀ, ਪੰਜਾਬ ਨੂੰ ਬਚਾਉਣ ਦੀ ਜ਼ਰੂਰਤ ਹੈ, ਸਾਰੇ ਲੀਡਰ ਕਹਿ ਰਹੇ ਨੇ, ਪਰ ਪੰਜਾਬ ਲਗਾਤਾਰ ਹੇਠਾਂ ਨੂੰ ਜਾ ਰਿਹਾ, ਉੱਪਰ ਨੂੰ ਨਹੀਂ ਜਾ ਰਿਹਾ। ਇਸ ਮੌਕੇ ਤੇ ਜਦੋਂ ਲੋਕ
ਇੱਕ ਦਿਨ ਉਹਨਾਂ ਦੇ ਕੋਲ ਤਾਕਤ ਆਉਂਦੀ ਹੈ, ਆਪਣੀ ਵੋਟ ਦੇ ਨਾਲ ਉਹ ਸਰਕਾਰ ਬਦਲ ਸਕਦੇ ਨੇ। ਲੋਕਾਂ ਨੂੰ ਕੀ ਕਹਿਣਾ ਚਾਹੋਗੇ, ਜਨਤਾ ਨੂੰ ਕੀ ਕਹਿਣਾ ਚਾਹੋਗੇ? ਕਿਉਂਕਿ ਪਾਰਟੀਆਂ ਤਾਂ ਉਹਨਾਂ ਹੀ ਲੀਡਰਾਂ ਨੂੰ ਫਿਰ ਟਿਕਟਾਂ ਦੇ ਰਹੀ ਹੈ ਜਿਹੜੇ ਲੀਡਰ ਕਰਪਟ ਸਨ, ਜਿਨ੍ਹਾਂ ਦੇ ਉੱਪਰ ਵੱਡੇ ਆਰੋਪ ਲੱਗੇ, ਉਹਨਾਂ ਨੂੰ ਫਿਰ ਪਾਰਟੀ ਨੇ ਮੈਦਾਨ ਦੇ ਵਿੱਚ ਖੜੇ ਕਰ ਦਿੱਤਾ ਹੈ। ਲੋਕਾਂ ਨੂੰ ਕੀ ਕਹਿਣਾ ਚਾਹੋਗੇ ਇਸ ਮੌਕੇ? ਦੇਖੋ, ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਇਹ ਜਿਸ ਤਰ੍ਹਾਂ ਮੈਂ ਵਿੱਚ ਵੀ ਪਹਿਲਾਂ ਵੀ ਆਪਣੀ ਡਿਸਕਸ਼ਨ ਦਾ ਪਾਰਟ ਸੀ ਕਿ ਡੈਮੋਕ੍ਰੇਸੀ ਜਿਹੜੀ ਹੈਗੀ ਆ ਉਹ ਮੈਚੁਰ ਨਹੀਂ ਹੋ ਸਕੀ। ਉਹਦਾ ਕਾਰਨ ਹੈਗਾ ਕਿ ਆਪਾਂ ਇਲਜ਼ਾਮ ਤੇ ਹੀ ਇੱਕ ਦੂਜੇ ਤੇ ਲਾਈਏ ਨੇ। ਵੋਟਰਸ ਪੋਲੀਟੀਸ਼ੀਅਨ ਕਹਿੰਦੇ ਨੇ ਕਿ ਵੋਟਰ ਕਰਪਟ ਹੈ ਤੇ ਵੋਟਰਸ ਕਹਿੰਦੇ ਨੇ ਪੋਲੀਟੀਸ਼ੀਅਨ ਕਰਪਟ ਹੈ। ਪਰ ਅੱਜ ਮੈਂ ਇਹ ਗੱਲ ਜ਼ਰੂਰ ਕਹਾਂਗਾ ਕਿ ਵੋਟਰ ਜਿਹੜੇ ਹੈਗੇ ਨੇ, ਜੇ ਉਹ ਧਰਮ ਦੇ ਨਾਂ ਦੇ ਉੱਤੇ, ਜਾਤ ਦੇ ਨਾਂ ਦੇ ਉੱਤੇ ਪੈਸੇ ਲੈ ਕੇ 500 ਰੁਪਏ ਲੈ ਕੇ, ਸੂਟ ਛੱਲੇ ਲੈ ਕੇ ਔਰ ਸ਼ਰਾਬਾਂ ਪੀ ਕੇ ਵੋਟਾਂ ਪਾਉਣਗੇ ਤਾਂ ਕਿਸੇ ਵੀ ਕਿਸਮ ਦੀ ਕੋਈ ਚੀਜ਼ ਨਹੀਂ ਆਉਣ ਵਾਲੀ। ਇਹੀ ਲੁੱਟ ਖਸੁੱਟ ਵਾਲੇ ਮੰਤਰੀ ਹੋਣਗੇ, ਇਹੀ ਲੁੱਟ ਖਸੁੱਟ ਵਾਲੇ ਸਾਰੇ ਜਿਹੜੇ ਅਸੈਂਬਲੀ ਮੈਂਬਰਸ ਹੋਣਗੇ। ਇਸੇ ਤਰ੍ਹਾਂ ਹੀ ਇਹ ਜਿਹੜੀ ਜਿਸ ਤਰ੍ਹਾਂ ਇਹ ਰੇਤਾ ਬਜਰੀ ਖਾ ਰਹੇ ਨੇ, ਸਿੱਖਿਆ ਨੂੰ ਖਾ ਗਏ, ਸਿਹਤ ਨੂੰ ਖਾ ਗਏ, ਕਰਪਸ਼ਨ ਲੈ ਆਏ, ਇਹ ਸਾਰਾ ਸਿਸਟਮ ਜਿਹੜਾ ਇਹ ਕਿਸੇ ਵੀ ਤਰ੍ਹਾਂ 'ਚ ਅੱਜ ਵੀ ਫਿਰ ਮੈਂ ਤੁਹਾਡੇ ਇਸ ਮੀਡੀਅਮ ਰਾਹੀਂ ਇਹ ਗੱਲ ਜ਼ਰੂਰ ਕਹਾਂਗਾ ਕਿ ਵੋਟਰ ਜਿਹੜਾ ਹੈਗਾ ਉਹ ਆਪਣੀ ਵੋਟ ਜ਼ਰੂਰ ਪਾਉਣ ਜਾਵੇ। ਪਹਿਲੀ ਗੱਲ ਤਾਂ ਇਹ ਹੈ। ਔਰ ਮੈਂ ਇੱਕ ਜ਼ਰੂਰ ਐਡ ਅਪ ਕਰ ਲਵਾਂ ਕਿਉਂਕਿ ਵੋਟਰ ਆਪਣੇ ਨਾ 3 ਹਿੱਸਿਆਂ 'ਚ ਵੰਡੇ ਹੋਏ ਆ। 3 ਹਿੱਸਿਆਂ ਦਾ ਮਤਲਬ ਹੈ ਇੱਕ ਤਾਂ ਬਿਲਕੁਲ ਥੱਲੇ ਵਾਲਾ ਹੈ, ਉਸ ਨੂੰ ਕਿਸੇ ਕਿਸਮ ਦੀ ਕੋਈ ਸਮਝ ਨਹੀਂ ਹੈ, ਉਹਨੂੰ ਤਾਂ ਜੇ ਕੋਈ ਜੋ ਕੁਝ ਦੇ ਗਿਆ ਉਹਦੇ ਵਾਸਤੇ ਉਹ ਸਮਝ ਹੈਗੀ ਹੈ। ਇੱਕ ਉੱਪਰ ਵਾਲਾ ਜਿਹੜਾ ਰਾਜ ਕਰਨਾ ਚਾਹੁੰਦਾ ਹੈ, 5-10% ਲੋਕ ਉਹ ਵੀ, ਵਿਚਕਾਰ 60-70% ਲੋਕ ਇਸ ਤਰ੍ਹਾਂ ਦੇ ਹੈਗੇ ਨੇ ਜਿਹੜੇ ਮਿਡਲ ਕਲਾਸ ਨੇ, ਆਪਣੇ ਵਰਗੇ ਬੰਦੇ ਜਿਹੜੇ ਨੇ, ਉਹ ਸਿਰਫ ਬੋਲਦੇ ਨੇ, ਦੰਦ ਘਸਾਈ ਕਰਦੇ ਨੇ, ਵੋਟ ਪਾਉਣ ਨਹੀਂ ਜਾਂਦੇ। ਸਭ ਤੋਂ ਵੱਡੀ ਮੁਸ਼ਕਲ ਜਿਹੜੀ ਸਵਾਲ ਇਹ ਹੈ, ਵੋਟ ਪਾਉਣ ਜਾਣ। ਪਹਿਲੀ ਗੱਲ ਵੋਟ ਪਾਉਣ ਜਾਣ, ਦੂਜੀ ਗੱਲ ਵੋਟ ਪਾਉਣ ਕਿਸ ਨੂੰ, ਪਾਰਟੀ ਨੂੰ ਪਾਉਣ ਜਾਂ ਕੈਂਡੀਡੇਟ ਨੂੰ? ਜੇ ਮੇਰੇ ਕੋਲ ਕੋਈ ਪੁੱਛੇ ਤਾਂ ਮੈਂ ਅੱਜ ਇਹ ਗੱਲ ਕਹਾਂਗਾ ਕਿ ਜਿਸ ਢੰਗ ਦੇ ਨਾਲ ਪਾਰਟੀਆਂ ਨੇ ਆਪਣੇ ਮੈਨੀਫੈਸਟੋ ਜਾਂ ਜੋ ਪ੍ਰੈਜੈਂਟੇਸ਼ਨ ਕੀਤੀ ਹੈ ਉਹਦੇ 'ਚ ਸਾਰੀਆਂ ਪਾਰਟੀਆਂ ਬਰਾਬਰ ਨੇ। ਚੰਗੇ ਕੈਂਡੀਡੇਟ ਨੂੰ ਆਪਣੇ ਜਿਹੜਾ ਹੈਗਾ ਜਿਹਨੇ ਤੁਹਾਡੇ ਇਲਾਕੇ ਵਾਸਤੇ ਕੰਮ ਕੀਤਾ, ਕੋਈ ਚੰਗੇ ਮਾੜੇ ਦੀ ਡੈਫੀਨੇਸ਼ਨ ਵੀ ਜ਼ਿਆਦਾ ਨਹੀਂ ਬਣਦੀ ਹੁੰਦੀ, ਲੇਕਿਨ ਇਹ ਡੈਫੀਨੇਸ਼ਨ ਤਾਂ ਜ਼ਰੂਰ ਬਣ ਜਾਂਦੀ ਹੈ ਕਿ ਜਿਹੜਾ ਬੰਦਾ ਇਲਾਕੇ ਦੇ ਵਿੱਚ ਚੰਗਾ ਕੰਮ ਕੀਤਾ, ਸਮਾਜ ਦੇ ਵਿੱਚ ਚੰਗਾ ਕੰਮ ਕੀਤਾ, ਉਸ ਨੂੰ ਵੋਟ ਪਾ ਦਿਓ, ਭਾਵੇਂ ਉਹ ਕਿਸੇ ਵੀ ਪਾਰਟੀ ਦਾ ਹੈ। ਮਤਲਬ ਹਰ ਪਾਰਟੀ 'ਚ ਸਾਰੇ ਕਰਪਟ ਵੀ ਨਹੀਂ ਹੈਗੇ, ਕੁਝ ਚੰਗੇ ਬੰਦੇ ਵੀ ਹੁੰਦੇ ਨੇ। ਚੰਗੇ ਹਰ ਥਾਂ ਮਿਲ ਜਾਣੇ ਆ ਤੁਹਾਨੂੰ ਵਿੱਚ। ਸੋ ਇਸ ਕਰਕੇ ਕਿਸੇ ਬੰਦੇ ਨੇ ਮੇਰੇ ਕੋਲ ਪਹਿਲਾਂ ਵੀ ਬਹੁਤ ਵਾਰੀ ਸੋਸ਼ਲ ਮੀਡੀਆ ਤੇ, ਕਿਉਂਕਿ ਮੈਂ ਬਹੁਤ ਕੁਝ ਸੋਸ਼ਲ ਮੀਡੀਆ ਤੇ ਲਿਖਦਾ, ਉਹਨਾਂ ਨੇ ਮੇਰੇ ਕੋਲ ਸਵਾਲ ਪੁੱਛਿਆ ਸੀ, ਮੈंने ਇੱਕੋ ਗੱਲ ਕਹੀ ਕਿ ਮੈਂ ਭਾਵੇਂ ਜੋ ਮਰਜ਼ੀ ਡੈਮੋਕ੍ਰੇਸੀ ਬਾਰੇ ਲਿਖਾਂ, ਪਰ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਪਾਰਟੀਆਂ ਨੂੰ ਛੱਡ ਕੇ ਚੰਗੇ ਕੈਂਡੀਡੇਟ ਨੂੰ, ਜਿਸ ਪਾਰਟੀ ਨੇ ਜ਼ਿਆਦਾ ਚੰਗੇ ਕੈਂਡੀਡੇਟ ਖੜੇ ਕੀਤੇ ਹੋਣਗੇ ਉਹ ਜਿੱਤ ਜੂਗੀ, ਆਪਣੀ ਸਰਕਾਰ ਬਣ ਜੂਗੀ। ਇਹੀ ਇੱਕ ਫੰਡਾ ਅੱਜ ਦੀ ਡੇਟ ਦੇ ਵਿੱਚ। ਹੋਰ ਤਾਂ ਆਪਣੇ ਕੋਲ ਇਸ ਵਕਤ ਜਿਹੜਾ ਹੈਗਾ ਹੋਰ ਕੋਈ ਫਾਰਮੂਲਾ ਨਹੀਂ ਰਹਿ ਗਿਆ, ਕਿਉਂਕਿ ਪੋਲੀਟੀਕਲ ਪਾਰਟੀਜ਼ ਨੇ ਇੱਕ ਆਪਣੇ ਦਿਮਾਗ 'ਚ ਬਿਠਾ ਲਿਆ ਹੋਇਆ ਕਿ ਪੈਸੇ ਦੇ ਵੰਡਣ ਤੋਂ ਬਗੈਰ, ਸ਼ਰਾਬ ਪਿਆਉਣ ਤੋਂ ਬਗੈਰ, ਧਰਮ ਔਰ ਜਾਤ ਦੀ ਰਾਜਨੀਤੀ ਕਰਨ ਤੋਂ ਬਗੈਰ ਸਾਡੇ ਕੋਲ ਹੈ ਨਹੀਂ ਕੁਝ ਵੀ, ਜਦੋਂ ਕਿ ਇਹ ਸਾਰਾ ਕੁਝ ਗਲਤ ਹੈ। ਲੇਕਿਨ ਬੇਸਿਕ ਮੁੱਦੇ ਮੈਂ ਇੱਕ ਵਾਰੀ ਇੱਕ ਗੱਲ ਹੋਰ ਵੀ ਜ਼ਰੂਰ ਮੈਂ ਕਹਾਂਗਾ ਸਾਰਿਆਂ ਦੇ ਸਾਹਮਣੇ ਵਿੱਚ ਕਿ ਲੀਡਰ ਜਿਹੜੇ ਹੈਗੇ ਨੇ ਉਹ ਗੱਲ ਕਹਿੰਦੇ ਨੇ ਕਿ ਸੱਚ ਬੋਲਿਆ ਜਿਹੜਾ ਹੈਗਾ ਉਹ ਵੋਟ ਨਹੀਂ ਪੈਂਦੀ ਤੇ ਝੂਠ ਨਾਲ ਦੇਸ਼ ਤਰੱਕੀ ਨਹੀਂ ਹੋਣੀ। ਸੋ ਅੱਜ ਆਪਾਂ ਇੱਥੇ ਵੀ ਫਸੇ ਹੋਏ ਹਾਂ ਵਿੱਚੋਂ, ਕਿਉਂਕਿ ਲੀਡਰ ਸੱਚ ਬੋਲਣ ਤੇ ਕਿੰਨਾ ਕੁ ਸੱਚ ਬੋਲਣ, ਔਰ ਜੇ ਸੱਚ ਬੋਲਦੇ ਆ ਤਾਂ ਫਿਰ ਉਹਨਾਂ ਨੂੰ ਲੋਕ ਵੋਟ ਨਹੀਂ ਪਾਉਣ ਚਾਹੁੰਦੇ। ਸੋ ਇਹ ਵੀ ਇੱਕ ਇਸ ਮੌਕੇ ਤੇ ਵੋਟਰ ਦਾ ਹੀ ਸਭ ਤੋਂ ਵੱਡਾ ਫਰਜ਼ ਹੈ। ਡਾਕਟਰ ਸਾਹਿਬ ਤੁਸੀਂ ਆ ਕੇ ਮੰਚ ਤੇ ਗੱਲਬਾਤ ਕੀਤੀ, ਸਮਾਂ ਕੱਢਿਆ, ਤੁਹਾਡਾ ਦਾ ਅਨਮਿਊਟ ਟੀਮ ਦੇ ਵੱਲੋਂ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਤੁਹਾਡਾ। ਸਤਿ ਸ਼੍ਰੀ ਅਕਾਲ। ਇਹ ਸਨ ਡਾਕਟਰ ਦਲੇਰ ਸਿੰਘ ਮੁਲਤਾਨੀ, ਸਿਵਲ ਸਰਜਨ ਨੇ, ਸਮਾਜ ਸੇਵਾ ਵੀ ਕਰਦੇ ਨੇ, ਅੱਜ ਸਾਡੇ ਸੱਦੇ ਤੇ ਆਏ। ਇਹਨਾਂ ਦਾ ਕਹਿਣਾ ਹੈ ਕਿ ਲੋਕ ਵੋਟ ਜ਼ਰੂਰ ਕਰਨ, ਇਹ ਸਮਾਂ ਹੁੰਦਾ ਹੈ ਸਰਕਾਰ ਨੂੰ ਬਦਲਣ ਦਾ। ਅਸੀਂ ਸ਼ਿਕਾਇਤਾਂ ਜ਼ਰੂਰ ਕਰਦੇ ਹਾਂ ਕਿ ਸਰਕਾਰ ਨੇ ਕੰਮ ਨਹੀਂ ਕੀਤਾ, ਪਰ ਜੇਕਰ ਸਰਕਾਰ ਨੇ ਕੰਮ ਨਹੀਂ ਕੀਤਾ ਤਾਂ ਸਾਡੇ ਕੋਲ ਇੱਕ ਦਿਨ ਇਹ ਮੌਕਾ ਹੁੰਦਾ ਹੈ ਕਿ ਅਸੀਂ ਸਰਕਾਰ ਨੂੰ ਬਦਲ ਸਕਦੇ ਹਾਂ। ਇਸ ਕਰਕੇ ਪਹਿਲੀ ਗੱਲ, ਹਰੇਕ ਬੰਦਾ ਆਪਣੀ ਵੋਟ ਦਾ ਇਸਤੇਮਾਲ ਕਰੇ, ਵੋਟ ਪਾਈ ਜਾਏ। ਦੂਜੀ ਗੱਲ, ਜੇਕਰ ਪਾਰਟੀਆਂ ਦੀ ਗੱਲ ਕਰੀਏ ਤਾਂ ਹਰੇਕ ਪਾਰਟੀ ਦੇ ਵਿੱਚ ਸਾਰੇ ਬੰਦੇ ਮਾੜੇ ਨੇ, ਕੁਝ ਚੰਗੇ ਵੀ ਹੁੰਦੇ ਨੇ। ਆਪਣੇ ਆਪਣੇ ਇਲਾਕੇ ਦੇ ਚੰਗੇ ਕੈਂਡੀਡੇਟ ਨੂੰ ਦੇਖ ਕੇ ਵੋਟ ਭੁਗਤਾਈ ਜਾਏ। ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਚੰਗੀ ਸਰਕਾਰ ਬਣੇ ਤੇ ਪੰਜਾਬ ਦਾ ਕੁਝ ਭਵਿੱਖ ਸੰਵਰ ਸਕੇ। ਕੈਮਰਾਮੈਨ ਪਰਮਿੰਦਰ ਦੇ ਨਾਲ ਰਣਦੀਪ ਸਿੰਘ ਦਾ ਅਨਮਿਊਟ, ਚੰਡੀਗੜ੍ਹ।